ਦਰਸ਼ਕਾਂ ਦਾ ਨਿੱਘਾ ਅਤੇ ਹਾਰਦਿਕ ਸਵਾਗਤ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਗੀਤਾਂ ਦਾ, ਗਿੱਧਿਆਂ ਦਾ, ਕਿੱਸਿਆਂ ਦਾ ਦੇਸ਼ ਹੈ, ਪਰ ਉਹਨਾਂ ਕਿੱਸਿਆਂ ਦੇ ਅੰਦਰ ਹੋਰ ਵੀ ਬਹੁਤ ਕੁਛ ਛੁਪਿਆ ਹੁੰਦਾ ਹੈ, ਜਿਸ ਨੂੰ ਕਿ ਬਹੁਤ ਸਾਰੇ ਸਾਡੇ ਲੋਕ ਨਾਇਕਾਂ ਨੇ, ਲੋਕ ਕਵੀਆਂ ਨੇ, ਲੋਕ ਕਲਾਕਾਰਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਸਮੇਂ ਦੇ ਵਿੱਚ ਉਸ ਨੂੰ ਉੱਪਰਲੀ ਸਤ੍ਹਾ ਤੱਕ ਲਿਆਂਦਾ ਤੇ ਲੋਕਾਂ ਨੂੰ ਉਹਦੇ ਬਾਰੇ ਜਾਗਰੂਕ ਕੀਤਾ। ਸੋ ਇਹੋ ਜਿਹੀ ਸ਼ਖਸੀਅਤ ਸਾਡੇ ਨਾਲ ਅੱਜ ਫਿਰ ਮੌਜੂਦ ਨੇ। ਸਾਨੂੰ ਬੜੀ ਖੁਸ਼ੀ ਹੈ ਕਿ ਉਹ ਸਾਡੇ ਲਈ ਉਹਨਾਂ ਨੇ ਸਮਾਂ ਕੱਢਿਆ ਤੇ ਆਓ ਅਸੀਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਿੰਘ ਜੀ ਦਾ। ਡਾਕਟਰ ਸਾਹਿਬ ਸਿੰਘ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਇੱਕ ਵਾਰੀ ਫੇਰ ਮੈਨੂੰ ਆਪਣੇ ਦਰਸ਼ਕਾਂ ਨਾਲ, ਸਰੋਤਿਆਂ ਨਾਲ ਜੁੜਨ ਦਾ ਮੌਕਾ ਦਿੱਤਾ, ਕੁਝ ਗੱਲਾਂ ਕਰਨ ਦਾ ਅਵਸਰ ਪ੍ਰਦਾਨ ਜੀ ਥੋੜੇ ਦਰਸ਼ਕਾਂ ਨੂੰ ਅਸੀਂ ਥੋੜਾ ਦੱਸ ਦਿਓ ਕਿ ਪੰਜਾਬ ਦੇ ਵਿੱਚ ਆਪਣੇ ਸਮਿਆਂ ਤੋਂ ਪਹਿਲਾਂ ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ ਉਦੋਂ ਕਿਹੋ ਜਿਹੀਆਂ ਗਤੀਵਿਧੀਆਂ ਸੀ, ਜਾਂ ਤੁਹਾਨੂੰ ਕੀ ਸੁਣਨ ਵਿੱਚ ਆਇਆ? ਸਾਡੇ ਸੁਣਨ ਦੇ ਵਿੱਚ ਆਇਆ ਕਿ ਜਦੋਂ ਕਮਿਊਨਿਸਟ ਲਹਿਰ ਆਈ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਨੇ ਡਰਾਮੇ ਕੀਤੇ, ਘਰਾਂ ਘਰ ਜਾ ਕੇ ਸੁਨੇਹਾ। ਜੋਗਿੰਦਰ ਬਾਹਰਲਾ ਦਾ ਮੈਨੂੰ ਨਾਮ ਯਾਦ ਹੈ ਕਿ ਉਹਨਾਂ ਨੇ ਬਹੁਤ ਲੋਕਾਂ ਵਿੱਚ ਜਾ ਕੇ ਕੰਮ ਕੀਤਾ। ਮਹਿੰਦਰ ਦਸਾਂਝ ਜੀ ਹੋਏ, ਗੁਰਸ਼ਨ ਭਾਜੀ ਦੀ ਅਸੀਂ ਅਕਸਰ ਗੱਲ ਕਰਦੇ ਹਾਂ, ਤੇ ਤੁਸੀਂ ਥੋੜਾ ਉਹਦੇ ਬਾਰੇ ਕੀ ਸੁਣਿਆ, ਪੜ੍ਹਿਆ, ਉਹ ਪਹਿਲਾਂ ਉੱਥੇ ਸ਼ੁਰੂ ਕਰਦੇ ਹਾਂ। ਜੀ ਮੈਂ ਇਹ ਸਮਝਦਾ ਕਿ ਅਸੀਂ ਸਾਰੇ ਜਿੰਨੇ ਵੀ ਪੰਜਾਬੀ ਰੰਗਕਰਮੀ ਆ, ਪੰਜਾਬੀ ਰੰਗਮੰਚ ਦਾ ਪਰਿਵਾਰ ਹੈ, ਅਸੀਂ ਸਾਰੇ ਜਿਹੜੀ ਆਇਰਲਿਸ਼ ਲੇਡੀ ਹੈ ਨੋਰਾ ਰਿਚਰਡ, ਮੈਨੂੰ ਲੱਗਦਾ ਕਿ ਅਸੀਂ ਉਹਦੇ ਪਰਿਵਾਰ ਦੇ ਮੈਂਬਰ ਹਾਂ। ਸਾਡੀ ਜਿਹੜੀ ਨੱਕੜ ਦਾਦੀ ਹੈ ਉਹ ਹੈ ਕਿ ਜਦੋਂ ਉਹ 1913 ਦੇ ਵਿੱਚ ਪਹਿਲਾ ਨਾਟਕ ਪੰਜਾਬੀ ਦਾ ਲਿਖਿਆ ਜਾਂਦਾ ਹੈ, ਸੁਹਾਗ, ਜਿਸਨੂੰ IC ਨੰਦਾ ਲਿਖਦੇ ਨੇ, ਉਹ ਕਿਵੇਂ ਆਇਰਲੈਂਡ ਤੋਂ ਆ ਕੇ ਪੰਜਾਬੀ ਮੁੰਡਿਆਂ ਨੂੰ ਨਾਟਕ ਸਿਖਾਉਂਦੀ ਹੈ, ਨਾਟਕ ਕਰਨਾ ਦੱਸਦੀ ਹੈ, ਕਿਵੇਂ ਨਾਟਕ ਲਿਖਿਆ ਜਾਂਦਾ ਤੇ ਕਿਵੇਂ ਨਾਟਕ ਖੇਡਿਆ ਜਾਂਦਾ। ਤੇ ਉੱਥੋਂ ਕਿਤੇ ਸਾਡੀ ਸ਼ੁਰੂਆਤ ਹੋਈ ਹੈ। ਤੇ ਉਹਨਾਂ ਨੇ ਬਹੁਤ ਸਾਰਾ ਥੀਏਟਰ ਫਿਰ ਲਾਹੌਰ ਦੇ ਵਿੱਚ ਕੀਤਾ ਤੇ ਫਿਰ ਅੰਦਰੇਟੇ ਆ ਕੇ ਕੀਤਾ, ਜਿੱਥੇ ਕਿ ਹੁਣ ਉਹਨਾਂ ਦਾ ਜਗ੍ਹਾ ਵੀ ਉਹਨਾਂ ਦੀ ਬਣੀ ਹੋਈ ਹੈ। ਤੇ ਉਸ ਤੋਂ ਬਾਅਦ ਜੋਗਿੰਦਰ ਬਾਹਰਲਾ ਹੋਰਾਂ ਦਾ, ਤੇਰਾ ਸਿੰਘ ਚੰਨ ਹੋਰਾਂ ਦਾ, ਜਗਦੀਸ਼ ਫਰਿਆਦੀ, ਹੁਕਮ ਚੰਦ ਖਲੀਲੀ, ਜਦੋਂ ਅਮਨ ਕਾਨਫਰੰਸਾਂ ਹੁੰਦੀਆਂ ਸੀ ਤੇ ਉਹਨਾਂ ਵਿੱਚ ਜਦੋਂ ਵੱਡੇ ਓਪੇਰੇ ਕਰਦੇ ਸੀ, ਜਿਹਦੇ ਵਿੱਚ ਸ਼ੀਲਾ ਭਾਟੀਆ ਦੇ ਓਪੇਰੇ ਵੀ ਹੁੰਦੇ ਸੀ, ਜਿਹਦੇ ਵਿੱਚ ਵੱਡੇ ਵੱਡੇ ਕਲਾਕਾਰ ਸੁਰਿੰਦਰ ਕੌਰ ਵਰਗੇ ਵੀ ਉਹਦੇ ਵਿੱਚ ਸ਼ਾਮਲ ਸੀ। ਸੋ ਉਹ ਇੱਕ ਪਰੰਪਰਾ ਰਹੀ ਹੈ। ਬਲਵੰਤ ਗਾਰਗੀ ਹੋਰਾਂ ਨੇ ਜਦੋਂ ਇੱਕ ਨਵੇਂ ਕਿਸਮ ਦਾ ਥੀਏਟਰ ਪੰਜਾਬੀ ਦੇ ਵਿੱਚ ਲੈ ਕੇ ਆਂਦਾ, ਬੜਾ ਰਿਚ ਥੀਏਟਰ, ਉਹ ਵੀ ਸਾਡੀ ਇੱਕ ਪਰੰਪਰਾ ਦਾ ਹਿੱਸਾ ਆ। ਤੇ ਫਿਰ ਭਾਗ ਗੁਰਸ਼ਰਨ ਸਿੰਘ ਜਦੋਂ ਇਸ ਮੈਦਾਨ ਦੇ ਵਿੱਚ ਕੁੱਦਦੇ ਨੇ ਤੇ ਉਹ ਬਿਲਕੁਲ ਹੀ ਇਸ ਨੂੰ ਲੋਕਾਂ ਦੇ ਪਿੜ ਦੇ ਵਿੱਚ ਲੈ ਜਾਂਦੇ ਨੇ। ਲੋਕਾਂ ਦੇ ਫਿਕਰ ਜਿਹੜੇ ਹੈਗੇ ਆ ਉਹ ਰੰਗਮੰਚ ਦੇ ਫਿਕਰ ਬਣ ਜਾਂਦੇ ਨੇ, ਔਰ ਉਹ ਜਗ੍ਹਾ ਜਗ੍ਹਾ ਪਿੰਡ ਪਿੰਡ ਜਾ ਕੇ ਫਿਰ ਥੀਏਟਰ ਕਰਦੇ ਆ। ਫਿਰ ਉਸੇ ਪਰੰਪਰਾ ਨੂੰ ਅੱਗੇ ਅਜਮੇਰ ਔਲਖ ਹੋਰੀ ਤੋਰਦੇ ਨੇ, ਉਹ ਵੀ ਪਿੰਡ ਪਿੰਡ ਜਾ ਕੇ ਸ਼ਹਿਰ ਕਰਦੇ। ਤੇ ਉਹਨਾਂ ਦੇ ਸਮਾਨਾਂਤਰੀ ਡਾਕਟਰ ਆਤਮਜੀਤ ਬੜਾ ਸੂਖਮ ਕਿਸਮ ਦਾ ਜਿਹੜਾ ਰੰਗਮੰਚ ਹੈ, ਉਹ ਜਿਹੜਾ ਸ਼ਹਿਰੀ ਮੱਧ ਵਰਗ ਦੇ ਨਾਲ ਜੁੜਿਆ ਹੋਇਆ, ਉਹ ਕਰ ਰਹੇ ਸੀ। ਇਸੇ ਤਰ੍ਹਾਂ ਦਵਿੰਦਰ ਦਮਨ ਜਿਹੜੇ ਹੈਗੇ ਆ, ਜੋੜੀ ਹੈ ਦਵਿੰਦਰ ਦਮਨ ਤੇ ਜਸਵੰਤ ਦਮਨ, ਉਹਨਾਂ ਨੇ ਜਿਹੜਾ ਲੋਕ ਪੱਖੀ ਰੰਗਮੰਚ ਹੈ ਉਹ ਬੜੀ ਸ਼ਿੱਦਤ ਨਾਲ ਉਹਨਾਂ ਨੇ, ਉਸ ਜੋੜੀ ਨੇ ਸਾਲਾਂ ਬੱਧੀ ਉਹ ਰੰਗਮੰਚ ਕੀਤਾ। ਤੇ ਇਸ ਤਰ੍ਹਾਂ ਚਰਨਦਾਸ ਸਿੱਧੂ ਉਹਨਾਂ ਨੇ ਦਿੱਲੀ ਦੇ ਵਿੱਚ ਮੋਰਚਾ ਜਮਾਈ ਰੱਖਿਆ ਕਿ ਦਿੱਲੀ ਦੇ ਵਿੱਚ ਪੰਜਾਬੀ ਥੀਏਟਰ ਜਿਹੜਾ ਖਾਸ ਤੌਰ ਤੇ ਦੁਆਬੇ ਦੀ ਉਪਬੋਲੀ ਦਾ ਥੀਏਟਰ ਹੈ। ਸੋ ਇਸ ਤਰ੍ਹਾਂ ਦਾ ਜੇ ਮੈਂ ਨਾਮ ਗਿਣਾਉਣ ਲਵਾਂ, ਬਹੁਤ ਸਾਰੇ ਨਾਮ ਹੈ। ਉਹ ਸਾਰਿਆਂ ਨੇ, ਜਿੰਨੀਆਂ ਵੀ ਸ਼ਖਸੀਅਤਾਂ ਜਿਨ੍ਹਾਂ ਦੇ ਮੈਂ ਨਾਮ ਲੈ ਚੁੱਕਾ ਜਾਂ ਜਿਨ੍ਹਾਂ ਦੇ ਨਾਮ ਕੁਝ ਮੈਂ ਮਿਸ ਕਰ ਰਿਹਾ ਹੋਊਗਾ, ਉਹਨਾਂ ਸਾਰਿਆਂ ਨੇ ਉਹ ਧੂਣੀ ਮੰਗਾਈ, ਉਹ ਇੱਕ ਪਰੰਪਰਾ ਕਾਇਮ ਕੀਤੀ। ਤੇ ਫਿਰ ਆ ਕੇ ਅੱਜ ਕੇਵਲ ਧਾਲੀਵਾਲ ਹੋਰੀ ਜਾਂ ਮੈਂ ਖੁਦ ਜਾਂ ਹੋਰ ਦੋਸਤ ਜਿਹੜੇ ਹੈਗੇ ਨੇ, ਅਸੀਂ ਰੰਗਮੰਚ ਦੀ ਧੂਣੀ ਮੰਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਨੂੰ ਇਹ ਲੱਗਦਾ ਹੁੰਦਾ ਕਿ ਉਹਨਾਂ ਸਾਰਿਆਂ ਦਾ ਹੱਥ ਸਾਡੇ ਕਿਤੇ ਸਿਰ ਦੇ ਉੱਤੇ ਹੈਗਾ। ਬਹੁਤ ਖੂਬ ਯਾਦ ਆ ਗਿਆ ਕਿ ਹਰਪਾਲ ਟਵਾਣਾ ਜੀ, ਨੀਨਾ ਟਵਾਣਾ ਜੀ ਤੇ ਭਨੋਟ ਵੀ ਇਸ ਟੀਮ ਦੇ ਵਿੱਚ ਰਹੇ। ਉਹਨਾਂ ਨੇ ਬੜੀਆਂ ਸਰਗਰਮੀਆਂ ਕੀਤੀਆਂ, ਤੁਹਾਡਾ ਇੱਕ ਬਹੁਤ ਵੱਡਾ ਯੋਗਦਾਨ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਵੱਖਰੇ ਵੱਖਰੇ ਰੰਗਾਂ ਦੀ ਗੱਲ ਕਰਦੇ ਹਾਂ, ਕਿ ਜਿਹੜਾ ਪੰਜਾਬੀ ਆ ਉਸ ਗੁਲਦਸਤੇ ਵਿੱਚ ਬਹੁਤ ਰੰਗ ਨੇ, ਪਰ ਜਿਹੜਾ ਰੰਗ ਮੇਰੇ ਖਿਆਲ ਲੋਕਾਂ ਦੀਆਂ ਸਾਂਝਾਂ ਦੇ ਨਾਲ, ਦਿਲਾਂ ਦੇ ਨਾਲ, ਜਾਂ ਉਹਦੀਆਂ ਮੁਸ਼ਕਿਲਾਂ ਮੁਸੀਬਤਾਂ ਨਾਲ ਜੁੜਿਆ ਹੋਇਆ ਹੈ, ਉਹਦੀ ਜਿਹੜੀ ਗੱਲ ਬਹੁਤ ਘੱਟ ਹੋਈ, ਜਿਹੜੀ ਕਿ ਗੁਰਸ਼ਨ ਭਾਜੀ ਨੇ ਸ਼ੁਰੂ ਕੀਤੀ। ਤੁਸੀਂ ਉਸ ਦਾ ਸਿਹਰਾ ਜਿਹੜਾ ਹੁਣ ਇਸ ਵੇਲੇ ਤੁਹਾਡੇ ਸਿਰ ਤੇ ਵੱਜਿਆ ਹੈ, ਤੇ ਤੁਸੀਂ ਥੋੜ੍ਹਾ ਜਿਹਾ ਤੁਸੀਂ ਗੱਲ ਕੀਤੀ ਆ ਸ਼ਹਿਰੀ ਰੰਗਮੰਚ ਦੀ, ਗੱਲ ਕੀਤੀ ਆ ਡਾਕਟਰ ਆਦਮਜੀਤ ਦੀ, ਗੱਲ ਕੀਤੀ ਆ। ਪਿਛਲੀ ਗੱਲਬਾਤ ਦੇ ਵਿੱਚ ਥੋੜ੍ਹਾ ਜਿਹਾ ਵਿਸ਼ਾ ਰਹਿ ਗਿਆ ਸੀ ਕਿ ਜਿਹੜਾ ਸ਼ਹਿਰੀ ਥੀਏਟਰ ਹੈਗਾ ਜਾਂ ਪੰਜਾਬ ਦਾ ਪਿੰਡਾਂ ਦਾ ਜਿਹੜਾ ਰੰਗਮੰਚ ਹੈਗਾ ਆ, ਮੇਰੀ ਮੁਰਾਦ ਸੀ ਕਿ ਜਿਹੜੀ ਲੋਕਾਂ ਦੀ ਮਾਨਸਿਕਤਾ ਹੈ, ਦਰਸ਼ਕਾਂ ਦੀ ਜਿਹੜੀ ਸੋਚਣੀ ਆ, ਉਹਨਾਂ ਦੇ ਵਿੱਚ ਤੋਂ ਅਸੀਂ ਸ਼ਹਿਰੀ ਤੇ ਪੇਂਡੂ ਸੋਚਣੀ ਦਾ ਕੀ ਫਰਕ ਮਹਿਸੂਸ ਕਰਦੇ ਹਾਂ? ਮੈਨੂੰ ਇਹ ਲੱਗਦਾ ਹੁੰਦਾ, ਹਮੇਸ਼ਾ ਮੈਂ ਮੰਨਦਾ ਵੀ ਹਾਂ, ਮੇਰਾ ਮਤਲਬ ਕਿ ਇਹ ਵਿਚਾਰ ਹੈ ਕਿ ਕੋਈ ਇਸ ਤਰ੍ਹਾਂ ਦੀ ਡੂੰਘੀ ਲਕੀਰ ਨਹੀਂ ਹੈ ਪੇਂਡੂ ਰੰਗਮੰਚ ਤੇ ਸ਼ਹਿਰੀ ਰੰਗਮੰਚ ਦੇ ਵਿੱਚ। ਆਖਰ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ, ਸਮਾਜ ਵੀ ਜੁੜਿਆ ਹੋਇਆ। ਕਈ ਵਾਰ ਇੱਕ ਭਰਾ ਸ਼ਹਿਰ ਦੇ ਵਿੱਚ ਰਹਿੰਦਾ ਹੁੰਦਾ, ਉਹ ਸ਼ਹਿਰੀ ਜ਼ਿੰਦਗੀ ਜੀ ਰਿਹਾ ਹੁੰਦਾ, ਉਹਦੀਆਂ ਚੁਣੌਤੀਆਂ ਸ਼ਹਿਰੀ ਜ਼ਿੰਦਗੀ ਦੀਆਂ ਕੁਝ ਹੋਰ ਹੁੰਦੀਆਂ,
ਜਿਹੜਾ ਪਿੰਡ 'ਚ ਰਹਿੰਦਾ ਹੂੰ, ਹੁੰਦਾ ਉਹਦੀ ਚੁਣੌਤੀਆਂ ਕੁਝ ਹੋਰ ਹੁੰਦੀਆਂ, ਜਿਨ੍ਹਾਂ ਨੂੰ ਹੂੰ, ਸਾਡੇ ਕਈ ਨਾਟਕਕਾਰਾਂ ਨੇ ਆਪਣੇ ਨਾਟਕਾਂ ਦੇ ਵਿੱਚ ਇਹਨਾਂ ਨਜਿੱਠਿਆ ਵੀ ਹੈ ਕਿ ਇਹ ਕਿਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ। ਸੋ ਪਿੰਡ ਤੇ ਸ਼ਹਿਰ ਦਾ ਜਿਹੜਾ ਅੰਤਰ ਸੰਬੰਧ ਹੈ ਉਹ ਕੋਈ ਉਸ ਤਰ੍ਹਾਂ ਦਾ ਟਕਰਾਓ ਵਾਲਾ ਨਹੀਂ ਹੈ, ਪਰ ਜਦੋਂ ਤੁਸੀਂ ਇੱਕ ਅਲੱਗ ਜਗ੍ਹਾ ਦੇ ਉੱਤੇ ਰਹਿੰਦੇ ਹੋ, ਅਲੱਗ ਸੱਭਿਆਚਾਰ ਦੇ ਵਿੱਚ ਰਹਿੰਦੇ ਹੋ, ਤੁਹਾਡੀਆਂ ਲੋੜਾਂ ਕੁਝ ਹੋਰ ਹੋ ਜਾਂਦੀਆਂ, ਤੁਹਾਡਾ ਰਹਿਣ ਦਾ ਅੰਦਾਜ਼ ਕੁਝ ਹੋਰ ਹੋ ਜਾਂਦਾ, ਤੇ ਉਹਨਾਂ ਨੂੰ ਫੜਨਾ ਵੀ ਮੈਨੂੰ ਲੱਗਦਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਪਿੰਡਾਂ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸਾਨੂੰ ਨਜ਼ਰ ਆਉਂਦੀਆਂ। ਹੁਣ ਅਸੀਂ ਮੈਨੂੰ ਲੱਗਦਾ ਇਹੋ ਜਿਹੇ ਮੁਕਾਮ ਤੇ ਪਹੁੰਚ ਗਏ ਹਾਂ ਜਿੱਥੇ ਅਸੀਂ ਹੂੰ, ਚੀਜ਼ਾਂ ਨੂੰ ਸਥੂਲਤਾ 'ਚ ਪਕੜਨ ਦੇ ਨਾਲ-ਨਾਲ, ਸਥੂਲਤਾ ਵੀ ਪਕੜਨੀ ਬਹੁਤ ਜ਼ਰੂਰੀ ਹੁੰਦੀ ਹੈ, ਪਰ ਉਹਦੇ ਨਾਲ ਜਿਹੜਾ ਉਹਦੇ ਜਿਹੜੇ ਸੂਖਮ ਡਾਇਮੈਂਸ਼ਨਸ ਨੇ, ਉਹਨਾਂ ਨੂੰ ਵੀ ਪਕੜਨ ਵਾਲੇ ਪਾਸੇ ਹੁਣ ਅਸੀਂ ਤੁਰੇ ਹਾਂ। ਉਹ ਚਾਹੇ ਹੂੰ, ਰੰਗਮੰਚ ਪਿੰਡਾਂ 'ਚ ਹੋ ਰਿਹਾ, ਚਾਹੇ ਸ਼ਹਿਰਾਂ 'ਚ ਹੋ ਰਿਹਾ। ਅਸੀਂ ਹੂੰ, ਉਹਦੀ ਬਾਰੀਕੀ ਵੱਲ ਤੁਰੇ ਹਾਂ। ਸ਼ਾਇਦ ਇਸੇ ਹੂੰ, ਕਰਕੇ ਜਦੋਂ ਅਸੀਂ ਬਾਰੀਕੀ ਵੱਲ ਤੁਰੇ ਹਾਂ, ਤੇ ਅਸੀਂ ਦਿਲਾਂ ਦੇ ਹੋਰ ਨੇੜੇ ਗਏ ਹਾਂ। ਸਾਡੀ ਜਿਹੜੀ ਹੂੰ, ਆਪਣੇ ਦਰਸ਼ਕ ਨਾਲ ਜਿਹਦੀ ਰਿਲੇਟੇਬਿਲਿਟੀ ਹੈ, ਕਿ ਉਹ ਰਿਲੇਟ ਕਿਵੇਂ ਕਰੇ ਸਾਡੇ ਥੀਏਟਰ ਦੇ ਨਾਲ, ਮੈਨੂੰ ਇਹ ਹੂੰ, ਲੱਗਦਾ ਉਹ ਬਹੁਤ ਹੂੰ। ਜ਼ਿਆਦਾ ਵਧੀ ਹੈ, ਤੇ ਇਹਦੇ ਵਿੱਚ ਕਿੰਨੇ ਸਾਰੇ ਸਿਰਾਂ ਦਾ ਯੋਗਦਾਨ ਹੈ। ਬਾਕੀ ਜਿਹੜੀ ਸਾਂਝ ਬਹੁਤ ਵਧੀਆ, ਹੁਣ ਜਦੋਂ ਆਪਾਂ ਵਿਗਿਆਨਕ ਯੁੱਗ ਦੀ ਗੱਲ ਕਰਦੇ ਹਾਂ, ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਬਹੁਤ ਵੱਡੀ ਇੱਕ ਕ੍ਰਾਂਤੀ ਆਈ ਆ ਕਮਿਊਨੀਕੇਸ਼ਨ ਜਾਂ ਸੰਚਾਰ ਮਾਧਿਅਮ ਦੇ ਵਿੱਚ। ਡਾਕਟਰ ਸਾਹਿਬ, ਗੱਲਾਂ ਤਾਂ ਬਹੁਤ ਨੇ, ਪਰ ਸਾਨੂੰ ਇਹ ਫਿਕਰ ਹੁੰਦਾ ਕਿ ਸਮਾਂ ਛੇਤੀ ਮੁੱਕ ਜਾਂਦਾ। ਤੁਸੀਂ ਇਸ ਵੇਲੇ ਬਰਤਾਨੀਆ ਵਿੱਚ ਹੋ, ਤੁਸੀਂ ਕਾਫੀ ਸਮਾਂ ਇੱਥੇ ਦੇ ਪੰਜਾਬੀ ਲੋਕਾਂ ਦੇ ਨਾਲ, ਪੰਜਾਬੀ ਭਾਈਚਾਰੇ ਦੇ ਵਿੱਚ ਵਿਚਰੇ ਹੋ, ਤੇ ਤੁਸੀਂ ਇੱਥੋਂ ਜੀ। ਕਿਹੋ ਜਿਹੇ ਪ੍ਰਭਾਵ ਲੈ ਕੇ ਲਏ ਨੇ ਜਾਂ ਲੈ ਕੇ ਨਾਲ ਜਾਓਗੇ, ਤੇ ਉਹਨਾਂ ਨੂੰ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ, ਆਪਣੇ ਡਰਾਮਿਆਂ ਦੇ ਵਿੱਚ, ਆਪਣੇ ਨਾਟਕਾਂ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰੋਗੇ? ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਮੈਨੂੰ ਜਿਸ ਤਰ੍ਹਾਂ ਦੀ ਪਿਆਰ ਮੁਹੱਬਤ, ਜਿੰਨਾ ਮਤਲਬ ਬਹੁਤ ਭਰ ਭਰ ਕੇ ਪਿਆਰ ਮੁਹੱਬਤ ਮਿਲਿਆ ਹਰ ਸ਼ਹਿਰ ਦੇ ਵਿੱਚ, ਤੇ ਮੈਨੂੰ ਲੱਗਦਾ ਕਿ ਜੇ ਮੈਂ 1 ਮਿੰਟ ਹੋਰ ਉਹਦੇ ਬਾਰੇ ਬੋਲਦਾ ਪਿਆ ਰਿਹਾ, ਤੇ ਸ਼ਾਇਦ ਮੇਰੀਆਂ ਅੱਖਾਂ ਭਰ ਆਉਣ ਤੇ ਅੱਗੋਂ ਮੇਰੇ ਤੋਂ ਗੱਲ ਨਾ ਕੀਤੀ ਜਾ ਸਕੇ। ਸੱਚੀ ਆਹ, ਮੁੱਚੀ ਆਪਣੇ ਭਰਾਵਾਂ ਨੇ, ਭੈਣਾਂ ਨੇ, ਪੰਜਾਬੀਆਂ ਨੇ ਬਹੁਤ ਮੁਹੱਬਤ ਦਿੱਤੀ ਹੈ, ਔਰ ਬਹੁਤ ਇਸ ਤਰ੍ਹਾਂ ਦੀਆਂ ਜਜ਼ਬਾਤੀ ਟਿੱਪਣੀਆਂ ਹੋਈਆਂ ਕਿ ਬਹੁਤ ਦੇਰ ਬਾਅਦ ਸਾਨੂੰ ਇੱਕ ਰੱਜਵਾਂ ਰੰਗਮੰਚ ਮਿਲਿਆ ਹੈ, ਕਿ 1.5 ਘੰਟਾ ਇੱਕ ਬੰਦਾ ਸਟੇਜ ਦੇ ਉੱਤੇ ਪੇਸ਼ ਕਰ ਰਿਹਾ, ਔਰ ਉਹ ਸਾਰੀਆਂ ਚੀਜ਼ਾਂ ਸਾਨੂੰ ਆਪਣੀਆਂ ਲੱਗ ਰਹੀਆਂ, ਕੁਝ ਓਪਰਾ ਨਹੀਂ ਲੱਗ ਰਿਹਾ। ਤਾਂ ਇਸ ਕਰਕੇ ਕੋਈ ਵੀ ਸ਼ਹਿਰ ਮੈਂ ਜੇ ਚੁਣ ਲਵਾਂ ਸ਼ੁਰੂ ਕਰਨ ਤੋਂ ਬਾਅਦ, ਹਰ ਸ਼ਹਿਰ ਦੇ ਵਿੱਚ ਬਹੁਤ ਮੁਹੱਬਤ ਮਿਲੀ ਹੈ। ਮੁਹੱਬਤ ਦੇ ਨਾਲ ਇਹ ਵੀ ਇੱਕ ਤਸੱਲੀ ਮਿਲੀ ਹੈ ਕਿ ਉਹਨਾਂ ਨੇ ਮੇਰੇ ਨਾਟਕ ਨੂੰ ਸਮਝਿਆ ਹੈ, ਉਹਨਾਂ ਨੇ ਮੇਰੇ ਵਿਸ਼ੇ ਨੂੰ ਵੀ ਸਮਝਿਆ, ਮੇਰੀ ਤਕਨੀਕ ਨੂੰ ਵੀ ਸਮਝਿਆ, ਮੇਰੀ ਪੇਸ਼ਕਾਰੀ ਦੇ ਅੰਦਾਜ਼ ਨੂੰ ਵੀ ਉਹਨਾਂ ਨੇ ਸਮਝਿਆ। ਜਿੱਥੇ ਮੈਂ ਕੋਈ ਥੀਏਟ੍ਰਿਕਲ ਪਲੋਇਜ਼ ਉਹਦੇ ਵਿੱਚ ਜਿਹੜੀਆਂ ਯੂਜ਼ ਕੀਤੀਆਂ ਸੀ, ਉਹ ਉਹਨਾਂ ਨੂੰ ਵੀ ਉਹਨਾਂ ਨੇ ਬਿਹਤਰੀਨ ਤਰੀਕੇ ਨਾਲ ਸਮਝਿਆ। ਜੇ ਕਿਤੇ ਮੈਂ ਨਾਟਕ ਦੌਰਾਨ ਚੁੱਪ ਸੀ 2-2 ਮਿੰਟ ਲਈ, ਤਾਂ ਉਸ ਚੁੱਪ ਨੂੰ ਉਹਨਾਂ ਨੇ ਆਪਣੀ ਚੁੱਪ ਨਾਲ ਰਿਸਪੌਂਸ ਦਿੱਤਾ। ਉਦੋਂ ਪੱਤਾ ਵੀ ਹਿੱਲਦਾ ਨਹੀਂ ਸੀ ਆਡੀਟੋਰੀਅਮ ਦੇ ਵਿੱਚ, ਨਾ ਮੈਂ ਆਪਣੀ ਜਗ੍ਹਾ ਤੋਂ ਹਿੱਲਦਾ ਸੀ। ਉਹ 2-2 ਮਿੰਟ ਦੀ ਚੁੱਪੀ ਦਾ ਬਲ ਬਖਸ਼ਿਆ ਉਹਨਾਂ ਨੇ ਮੈਨੂੰ, ਕਿ ਮੈਂ ਚੁੱਪ ਰਹਿ ਸਕਾਂ 2 ਮਿੰਟ ਲਈ। ਉਹਦੇ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਂ ਧੰਨਵਾਦੀ ਹਾਂ ਇੰਡੀਅਨ ਵਰਕਰ ਐਸੋਸੀਏਸ਼ਨ ਦਾ, ਗ੍ਰੇਟ ਬ੍ਰਿਟੇਨ, ਜਿਨ੍ਹਾਂ ਦੇ ਸੱਦੇ ਤੇ ਮੈਂ ਇੱਥੇ ਆਇਆ। ਹਰਸੇਬ ਬੈਂਸ ਤੇ ਪ੍ਰੀਤ ਬੈਂਸ ਹੋਰਾਂ ਨੇ ਜਿਹੜਾ ਉਹਦਾ ਵੱਡਾ ਜ਼ਿੰਮਾ ਉਹਨਾਂ ਨੇ ਲਿਆ। ਤੇ ਫਿਰ ਜਦੋਂ ਲੈਸਟਰ ਸ਼ੋਅ ਕੀਤਾ, ਉੱਥੇ ਆਪਣੇ ਕਾਮਰੇਡ ਦਿਆਲ ਤੇ ਮਹਿੰਦਰ ਦੋਸਾਂਝ ਤੇ ਮਨਜਿੰਦਰ, ਉਹਨਾਂ ਨੇ ਉੱਥੇ ਦੀ ਜ਼ਿੰਮੇਵਾਰੀ ਸੰਭਾਲੀ। ਫਿਰ ਸਾਊਥ ਹਾਲ ਦੇ ਵਿੱਚ ਅਜ਼ੀਮ ਸ਼ੇਖਰ ਹੋਰਾਂ ਨੇ ਇਹਨਾਂ ਦੀ ਹਰਸੇਬ ਹੋਰਾਂ ਦੀ ਮਦਦ ਕੀਤੀ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦੇ ਵਿੱਚ। ਡਰਬੀ ਦੇ ਵਿੱਚ ਅਜੀਤ ਸਿੰਘ ਦੋਸਾਂਝ ਤੇ ਰਜਿੰਦਰ ਬੈਂਸ ਤੇ ਜੋਗਿੰਦਰ ਬੈਂਸ ਦੀ ਜੋੜੀ। ਇਸੇ ਤਰ੍ਹਾਂ ਸਲਾਓ ਦੇ ਵਿੱਚ ਮਹਿੰਦਰਪਾਲ ਸਿੰਘ ਧਾਲੀਵਾਲ। ਤੇ ਫਿਰ ਜਦੋਂ ਮੈਂ ਗਲਾਸਗੋ ਗਿਆ, ਉੱਥੇ ਤਰਲੋਚਨ ਮਠੱਡਾ ਤੇ ਦਿਲਬਰ ਸਾਹਿਬ ਤੇ ਪਰਮਜੀਤ ਬਾਸੀ, ਇਹਨਾਂ ਦੋਸਤਾਂ ਨੇ ਉੱਥੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਲੀ। ਇਸ ਤਰ੍ਹਾਂ ਕਮੈਂਟਰੀ ਦੇ ਵਿੱਚ ਬਲਵੰਤ ਹੇੜੀਆਂ ਤੇ ਸੋਨੀਆ, ਉਹਨਾਂ ਨੇ ਬਹੁਤ ਅੱਛਾ ਪ੍ਰਬੰਧ ਕੀਤਾ। ਦੈਟ ਵਾਜ਼ ਵਨ ਆਫ ਦ ਬੈਸਟ ਸ਼ੋਅ ਜਿਹੜਾ ਕਮੈਂਟਰੀ 'ਚ ਹੋਇਆ। ਫਿਰ ਈਰਤ ਦੇ ਵਿੱਚ ਬਲਵੀਰ ਸਿੰਘ ਜੌਲ ਤੇ ਮਨਦੀਪ ਢਿੱਲੋਂ, ਉਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ ਸੀ। ਫਿਰ ਗ੍ਰੇਵੀ-ਐਂਡ ਦੇ ਵਿੱਚ ਇੱਕ ਸ਼ੋਅ ਹੋਇਆ ਜਿਹੜਾ ਕਿ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਗ੍ਰੇਵੀ-ਐਂਡ, ਜਿੱਥੇ ਦਵਿੰਦਰ ਹੂੰ, ਸਿੰਘ ਤੇ ਸਤਨਾਮ ਸਿੰਘ ਸੱਤਾ, ਉਹਨਾਂ ਨੇ ਇਹ ਜ਼ਿੰਮੇਵਾਰੀ ਨਿਭਾਈ। ਤੇ ਪਰ ਇਹਦੇ ਨਾਲ-ਨਾਲ ਹੋਰ ਬਹੁਤ ਸਾਰੇ ਇਹੋ ਜਿਹੇ ਨਾਮ ਨੇ ਜਿਹੜੇ ਸਾਹਿਤਕਾਰ ਨੇ, ਲਿਖਦੇ ਨੇ ਜਾਂ ਪੜ੍ਹਦੇ ਨੇ ਜਾਂ ਪੰਜਾਬੀਅਤ ਨੂੰ ਪਿਆਰ ਕਰਦੇ ਨੇ। ਇੱਕ ਸ਼ਹਿਰ ਦੇ ਵਿੱਚ ਮੈਂ 2-2 3-3 ਗੇੜੀਆਂ ਵੀ ਮਾਰੀਆਂ। ਵਾਪਸ ਉਹਨਾਂ ਨੇ ਬੁਲਾਇਆ ਕਿ ਅਸੀਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਬੈਠ ਕੇ, ਪੰਜਾਬ ਬਾਰੇ ਜਾਣਨ ਦੀ ਕੋਸ਼ਿਸ਼ ਕਰਨੀ ਹੈ, ਰੰਗਮੰਚ ਬਾਰੇ, ਕਲਾ ਬਾਰੇ, ਸਾਹਿਤ ਬਾਰੇ ਕਿਵੇਂ ਤੁਸੀਂ ਕਰਦੇ ਹੋ। ਸੋ ਉਹ ਇੱਕ ਇਹੋ ਜਿਹੀ ਆਸ ਬੱਝੀ ਹੈ ਕਿ ਇਹ ਸਿਰਫ ਇੱਕ ਸ਼ੁਰੂਆਤ ਹੋਈ ਹੈ, ਜਿਹੜੀ 2021 ਦੇ ਅਖੀਰ ਦੇ ਵਿੱਚ ਹੋਈ ਹੈ, ਜਿਹੜੀ ਕਿ 22 ਹੂੰ, ਦੇ ਤੱਕ ਚੱਲੀ ਹੈ। ਇਹ ਬਹੁਤ ਲੰਬਾ ਸਿਲਸਿਲਾ ਚੱਲੇਗਾ। ਮੈਨੂੰ ਲੱਗਦਾ ਹੈ ਜਿੱਥੋਂ ਤੱਕ 99% ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਛੇਤੀ ਹੀ ਇਸੇ ਹੀ ਸਾਲ ਦੇ ਵਿੱਚ, ਜਿਹੜਾ 22 ਦਾ ਸਾਲ ਹੈ, ਮਾਲਵੇ ਵਾਲੇ 22 ਕਹਿੰਦੇ ਕਿ ਸਾਡਾ ਸਾਲ ਹੈ, ਸਾਰਾ ਸਾਲ ਜੀ, 22 ਹੋਏਗੀ। ਸੋ ਉਸ 22 'ਚ ਮੈਂ ਇੱਕ ਵਾਰੀ ਫੇਰ ਦੁਬਾਰਾ ਇੰਗਲੈਂਡ ਦੇ ਦਰਸ਼ਕਾਂ ਦੇ ਰੂਬਰੂ ਹੋਵਾਂਗਾ ਇੱਕ ਨਵੇਂ ਨਾਟਕ ਦੇ ਨਾਲ। ਹੋ ਸਕਦਾ ਜਿਹੜੇ ਸ਼ਹਿਰਾਂ ਦੇ ਵਿੱਚ ਕਰੋਨਾ ਕਰਕੇ ਅਸੀਂ ਇਹ ਨਾਟਕ ਕਰਨ ਨੂੰ ਉੱਕ ਗਏ ਹਾਂ, ਉੱਥੇ ਇਹਦੀ ਪੇਸ਼ਕਾਰੀ ਸ਼ਾਇਦ ਫਿਰ ਦੁਬਾਰਾ ਕਰੀਏ। ਸੋ ਬਹੁਤ ਵਿਸ਼ਵਾਸ, ਪਿਆਰ, ਮਾਣ, ਸਤਿਕਾਰ ਮਿਲਿਆ। ਜਿੰਨਾ ਖੁਸ਼ ਹੂੰ, ਮੈਂ ਹਾਂ,
ਉਨੇ ਹੀ ਖੁਸ਼ ਇਹਨਾਂ ਸ਼ਹਿਰਾਂ ਦੇ ਸਾਰੇ ਦਰਸ਼ਕ ਤੇ ਪ੍ਰਬੰਧਕ ਨੇ। ਮੈਨੂੰ ਨਹੀਂ ਲੱਗਦਾ ਇਸ ਤੋਂ ਤਸੱਲੀ ਵਾਲੀ ਗੱਲ ਹੋਰ ਕੋਈ ਵੱਡੀ ਹੋ ਸਕਦੀ। ਮੇਰੇ ਖਿਆਲ ਦੇ ਵਿੱਚ ਸਾਡੇ ਸਿੱਖ ਚੈਨਲ ਦੇ ਜਿੰਨੇ ਵੀ ਦਰਸ਼ਕ ਨੇ ਦੁਨੀਆ ਭਰ ਦੇ ਵਿੱਚ ਤੁਹਾਡੀ ਗੱਲ, ਤੁਹਾਡੀ ਦਿਲ ਦੀ ਜਿਹੜੀ ਆਵਾਜ਼ ਸੁਣ ਰਹੇ ਆ, ਉਹ ਤੁਹਾਡੇ ਨਾਲ ਵੀ ਜ਼ਿਆਦਾ ਖੁਸ਼ ਹੋਣਗੇ। ਤੁਸੀਂ ਚੁੱਪ ਦੀ ਗੱਲ ਕੀਤੀ ਆ, ਮੈਨੂੰ ਆਪਣਾ ਇੱਕ ਲਿਖਿਆ ਸ਼ੇਰ ਯਾਦ ਆ ਗਿਆ। ਮੈਂ ਅੱਜ ਪਹਿਲੀ ਵਾਰ ਆਪਣੇ ਦਰਸ਼ਕਾਂ ਨਾਲ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਕਿ ਮੇਰੇ ਹਿੱਸੇ ਆਉਂਦੀ ਮੈਨੂੰ ਮੇਰੀ ਪੀੜ ਸਹਿਣ ਦੇ, ਮੇਰੀ ਚੁੱਪ ਨੂੰ ਵੀ ਆਪਣੀ ਕੋਈ ਗੱਲ ਕਹਿਣ ਦੇ। ਜੀ, 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 ਤੋ ਜੀ। ਜਿਹੜੀ ਚੁੱਪ ਦੇ ਵਿੱਚ ਚੁੱਪ ਦੀ ਤੁਸੀਂ ਆਵਾਜ਼ ਜਿਹੜੀ ਹੁੰਦੀ ਬੜੀ ਅੱਛੀ ਹੁੰਦੀ ਹੈ। ਜਦੋਂ ਜਿਹੜੀ ਤੁਸੀਂ ਚੁੱਪ ਦੇ ਵਿੱਚ ਤੁਹਾਡਾ ਸੁਨੇਹਾ ਸਾਡੇ ਦਰਸ਼ਕਾਂ ਨੇ ਕਬੂਲਿਆ, ਉਹਦਾ ਪ੍ਰਭਾਵ ਕਬੂਲਿਆ, ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ। ਮੈਨੂੰ ਯਾਦ ਹੈ ਕਿ ਲੈਸਟਰ ਦੇ ਵਿੱਚ ਹਰਦਿਆਲ ਸਿੰਘ ਬਾਗੜੀ ਜੀ ਔਰ ਦਰਸ਼ਨ ਢਿੱਲੋਂ ਜੀ ਸਲੋਹ ਦੇ ਵਿੱਚ ਵੀ ਤੁਹਾਡੇ ਬੜੇ ਪ੍ਰਸ਼ੰਸਕ ਰਹੇ ਨੇ। ਜੀ, ਸਾਡੀ ਜੀ, ਆਮ ਤੌਰ ਦੇ ਉੱਤੇ ਕਹਿੰਦੇ ਹੁੰਦੇ ਆ ਪਰਦੇ ਦੇ ਪਿੱਛੇ ਸਾਡੀਆਂ ਬੜੀਆਂ ਮੁਲਾਕਾਤਾਂ ਹੁੰਦੀਆਂ ਤੇ ਤੁਹਾਡੀ ਬਹੁਤ ਤਾਰੀਫ ਹੋਈ ਆ। ਮੈਨੂੰ ਇਹ ਥੋੜ੍ਹਾ ਜਿਹਾ ਦੱਸੋ ਕਿ ਤੁਹਾਡੇ ਦਿਲ ਦੇ ਵਿੱਚ ਜਾਂ ਸਾਡੇ ਜਿਹੜੇ ਤੁਹਾਡੇ ਜਿੰਨੇ ਵੀ ਸਮਰਥਕ ਜਾਂ ਹਿਤੈਸ਼ੀ ਰਹੇ ਨੇ, ਉਹਨਾਂ ਨੇ ਤੁਹਾਨੂੰ ਇਹ ਕਿਹਾ ਕਿ ਆਪਾਂ ਇਸ ਮੁਲਕ ਵਿੱਚ ਵੀ ਨਾਟਕ ਬਾਰੇ ਕੋਈ ਵਰਕਸ਼ਾਪ ਕੀਤੀ ਜਾਵੇ ਤਾਂ ਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ? ਜੀ ਜੀ, ਇਸ ਤਰ੍ਹਾਂ ਦੀਆਂ ਵੀ ਕਹਿੰਦੇ ਮਤਲਬ ਗੱਲਾਂ ਹੋਈਆਂ, ਜਿਹੜੀਆਂ ਕਿ ਗੱਲਾਂ ਫਾਈਨਲ ਵੀ ਹੋਈਆਂ। ਜਿਵੇਂ ਗਲਾਸਗੋ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਬੱਚਿਆਂ ਨੂੰ ਮਿਲੇ, ਜਿਹੜੇ ਬੱਚੇ ਹਾਂ। ਉੱਥੇ ਪੰਜਾਬੀ ਪੜ੍ਹਦੇ ਨੇ, ਉਹਨਾਂ ਦੇ ਟੀਚਰਸ ਨਾਲ ਮੇਰੀ ਮੁਲਾਕਾਤ ਹੋਈ ਤੇ ਉੱਥੇ ਅਸੀਂ ਇੱਕ ਫੈਸਲਾ ਲਿਆ ਕਿ ਜਦੋਂ ਮੈਂ ਅਗਲੀ ਵਾਰ ਆਵਾਂਗਾ ਤੇ ਉਸ ਤੋਂ ਪਹਿਲਾਂ ਉਹ ਕੀ ਉਹਨਾਂ ਨੇ ਕਰਨਾ ਹੈ, ਕਿ ਲਗਾਤਾਰ ਵਰਕਸ਼ਾਪ ਕਿਵੇਂ ਕਰਨੀ ਹੈ, ਉਹਦੇ ਵੱਲ ਮੈਂ ਉਹਨਾਂ ਨੂੰ ਪ੍ਰੇਰਨ ਵਿੱਚ ਕਾਮਯਾਬ ਰਿਹਾ। ਕਿ ਉਹਨਾਂ ਦਾ ਸੀ ਕਿ ਅਸੀਂ ਨਾਟਕ ਕਰਨਾ ਤੇ ਸਾਨੂੰ ਕੋਈ ਸਕ੍ਰਿਪਟ ਦਿਓ। ਤੇ ਮੈਂ ਉਹਨੂੰ ਕਿਹਾ ਨਹੀਂ, ਮੈਂ ਤੁਹਾਨੂੰ ਕੋਈ ਸਕ੍ਰਿਪਟ ਨਹੀਂ ਦੇਣੀ, ਨਾ ਹੀ ਮੈਂ ਤੁਹਾਨੂੰ ਸੁਜੈਸਟ ਕਰਨਾ ਕਿ ਫਲਾਣੇ ਰਾਈਟਰ ਦੀ ਤੁਸੀਂ ਸਕ੍ਰਿਪਟ ਕਰ ਲਓ। ਮੈਂ ਉਹਨੂੰ ਕਿਹਾ ਨਹੀਂ, ਤੁਹਾਡੀਆਂ ਆਪਣੀਆਂ ਸਮੱਸਿਆਵਾਂ ਨੇ, ਆਪਣੀਆਂ ਪ੍ਰਾਪਤੀਆਂ ਨੇ, ਤੁਹਾਡੇ ਬੱਚਿਆਂ ਦੀਆਂ ਆਪਣੀਆਂ ਲੋੜਾਂ ਨੇ, ਤੁਹਾਡੀਆਂ ਨੇ, ਇਹਨਾਂ ਸਾਰੀਆਂ ਨੂੰ ਬੈਠ ਕੇ ਨਾ ਤੁਸੀਂ ਇਹਦੇ ਪੁਆਇੰਟ ਬਣਾਓ ਕਿ ਕਿਹੜੇ ਜਿਹੜੇ ਜ਼ਿਆਦਾ ਚੀਜ਼ਾਂ ਤੁਹਾਨੂੰ ਫੇਸ ਕਰਨੀ ਪੈਂਦੀਆਂ, ਕਿਹੜੀਆਂ ਬਹੁਤ ਚੰਗੀਆਂ ਨੇ, ਕਿਹੜੀਆਂ ਠੀਕ ਕਰਨ ਵਾਲੀਆਂ ਨੇ, ਤੇ ਤੁਸੀਂ ਬਣਾਓ। ਹੌਲੀ ਹੌਲੀ ਉਹਦੀ ਸਕ੍ਰਿਪਟ ਤਿਆਰ ਕਰੋ। ਮੈਂ ਇੰਡੀਆ ਤੋਂ ਤੁਹਾਡੇ ਨਾਲ ਵਰਕਸ਼ਾਪ 'ਚ ਰਵਾਂਗਾ ਤੇ ਜਦੋਂ ਫਿਰ ਮੈਂ ਆਵਾਂਗਾ ਫਿਰ ਅਸੀਂ ਉਹਨੂੰ ਇੱਕ ਫਾਈਨਲ ਸ਼ੇਪ ਦੇਵਾਂਗੇ। ਉਹ ਭਾਵੇਂ 15 ਮਿੰਟ ਦਾ ਜਾਂ 20 ਮਿੰਟ ਦਾ ਬੱਚਿਆਂ ਨਾਲ ਨਾਟਕ ਬਣੇ, ਉਹ ਇੱਕ ਪੇਸ਼ਕਾਰੀ ਫਿਰ ਬੱਚੇ ਕਰਨ, ਜਿਹੜੇ ਇੱਥੋਂ ਦੇ ਬੱਚੇ ਨੇ, ਜਿਹੜੇ ਪੰਜਾਬੀ ਸਿੱਖਦੇ ਨੇ। ਇਸੇ ਤਰ੍ਹਾਂ ਹੁਣ ਤਕਰੀਬਨ ਜਦੋਂ ਮੈਂ ਥੋੜਾ ਜਿਹਾ ਵਿਹਲਾ ਹੋ ਗਿਆ ਸੀ ਸ਼ੋਜ਼ ਤੋਂ, ਨਿਊ ਈਅਰ ਔਰ ਕ੍ਰਿਸਮਸ ਕਰਕੇ, ਉਹਦੇ ਵਿੱਚ ਬਹੁਤ ਸਾਰੇ ਦੋਸਤਾਂ ਨਾਲ ਇਹ ਗੱਲਬਾਤ ਹੋਈ ਕਿ ਜਦੋਂ ਅਸੀਂ ਸੰਮਾਂ ਵਾਲੀ ਡਾਂਗ ਨਾਟਕ ਦੇਖਿਆ, ਸਾਡੀਆਂ ਐਕਸਪੈਕਟੇਸ਼ਨਸ ਬਹੁਤ ਅੱਪ ਚਲ ਗਈਆਂ। ਸਾਨੂੰ ਇਹ ਲੱਗਣ ਲੱਗ ਪਿਆ ਕਿ ਇਹ ਬੰਦਾ ਕੁਝ ਵੀ ਕਰ ਸਕਦਾ, ਤੇ ਕਿਉਂ ਨਾ ਜਿਹੜੀਆਂ ਸਾਡੀਆਂ ਗੱਲਾਂ ਨੇ, ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ, ਜਿਹਦੇ ਵਿੱਚ 93-94 ਸਾਲ ਦੇ ਉਹ ਮਨੁੱਖ ਵੀ ਨੇ ਜਿਨ੍ਹਾਂ ਨੇ ਆ ਕੇ ਮਾਈਨਸ ਦੇ ਵਿੱਚ, ਬਾਉਂਡਰੀਜ਼ ਵਿੱਚ ਬਹੁਤ ਸਖਤ ਕੰਮ ਕੀਤਾ, ਤੇ ਫਿਰ ਕਿਵੇਂ IW ਨੇ ਹੱਕਾਂ ਲਈ ਲੜਾਈ ਕੀਤੀ, ਕਿਵੇਂ ਹੱਕ ਮਿਲੇ ਬਿਹਤਰ ਜ਼ਿੰਦਗੀ ਲਈ, ਫਿਰ ਅਗਲੀ ਜਨਰੇਸ਼ਨ ਤੇ ਫਿਰ ਉਸ ਤੋਂ ਬਾਅਦ ਅਗਲੀ ਜਨਰੇਸ਼ਨ, ਹੁਣ ਇਸ ਵੇਲੇ 5ਵੀਂ ਜਨਰੇਸ਼ਨ ਸਾਡੇ ਕੋਲ ਹੈ। ਸੋ 5 ਜਨਰੇਸ਼ਨਸ ਦਾ ਜਿਹੜਾ ਸਟਰਗਲ ਹੈ, ਜਿਹੜੀ 5 ਜਨਰੇਸ਼ਨ ਦੀ ਸਟੋਰੀ ਹੈ, ਕਿੱਥੋਂ ਚੱਲ ਕੇ ਕਿੱਥੇ ਪਹੁੰਚੇ ਆ, ਤੇ ਹੁਣ 5ਵੀਂ ਜਨਰੇਸ਼ਨ ਕਿੱਥੇ ਬੈਠੀ ਹੈ, ਉਹਦੀਆਂ ਕੀ ਹੈ, ਕੀ ਇਹਦੇ ਤੇ ਅਸੀਂ ਕੰਮ ਕਰ ਸਕਦੇ ਹਾਂ। ਇਹਦੇ ਵੱਲ ਵੀ ਅਸੀਂ ਸ਼ੁਰੂਆਤ ਕੀਤੀ ਹੈ, ਕਾਫੀ ਗੱਲਬਾਤ ਕੀਤੀਆਂ। ਲੇਕਿਨ ਨੈਕਸਟ ਟਾਈਮ ਜਦੋਂ ਮੈਂ ਆਵਾਂਗਾ, ਮੈਂ ਇੱਥੋਂ ਹੋਮਵਰਕ ਦੇ ਕੇ ਜਾ ਰਿਹਾ ਬਹੁਤ ਸਾਰੇ ਦੋਸਤਾਂ ਨੂੰ, ਜਿਹਦੇ ਵਿੱਚ 12-13 ਸਾਲ ਦੇ ਬੱਚੇ ਤੋਂ ਲੈ ਕੇ 93-94 ਸਾਲ ਦਾ ਬਜ਼ੁਰਗ ਹੈ, ਸਾਰੀਆਂ ਏਜ ਹੈ। ਉਹਨਾਂ ਨੂੰ ਇਹ ਮੈਂ ਹੋਮਵਰਕ ਦੇ ਕੇ ਜਾ ਰਿਹਾ ਕਿ ਤੁਸੀਂ ਲਿਸਟ ਕਰੋ, ਉਹਨੂੰ ਬਣਾਓ, ਲਿਸਟ ਕਰੋ, ਤੇ ਫਿਰ ਅਸੀਂ ਬੈਠਾਂਗੇ, ਫਿਰ ਉਹਦੀ ਗੱਲਬਾਤ ਕਰਕੇ ਇੱਕ ਕੋਈ ਸਬਜੈਕਟ, ਇੱਥੋਂ ਦੀ ਜ਼ਿੰਦਗੀ ਦਾ ਨਾਟਕ, ਜਿਹਦੀ ਤੰਦ ਜ਼ਰੂਰ ਉਧਰ ਪੰਜਾਬ ਨਾਲ ਜੁੜੀ ਰਹੇਗੀ। ਮੇਰਾ ਖਿਆਲ ਹੈ ਕਿ ਅਸੀਂ ਉਹ ਵੀ ਜ਼ਰੂਰ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ ਜੀ, ਅੱਜ ਮੇਰਾ ਇੱਕ ਸੁਪਨਾ ਆ, ਮੇਰੇ ਖਿਆਲ ਉਹ ਵੀ ਅਸੀਂ ਸਾਕਾਰ ਹੁੰਦਾ ਦੇਖਾਂਗੇ। ਤੁਹਾਡਾ ਅਸਲੀ ਰੂਪ ਜਿਹੜਾ ਸਟੇਜ ਵਾਲਾ, ਉਹ ਵੀ ਅਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ। ਮੈਨੂੰ ਥੋੜ੍ਹੀ ਜਿਹੀ, ਕਿਉਂਕਿ ਤੁਸੀਂ ਗੱਲ ਕੀਤੀ ਆ ਪੰਜਾਬੀਆਂ ਦੀ, ਮੈਨੂੰ ਲੱਗਦਾ ਕਿ ਪੰਜਾਬ ਤੋਂ ਬਾਹਰ ਬਹੁਤ ਸਾਰੇ ਪੰਜਾਬ ਵਸੇ ਹੋਏ ਨੇ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਦੇ ਵਿੱਚ। ਕੈਨੇਡਾ ਵਿੱਚ ਮੈਨੂੰ ਟੋਰਾਂਟੋ ਕਈ ਵਾਰ ਜਾਣ ਦਾ ਮੌਕਾ ਮਿਲਿਆ। ਸਾਡੇ ਵੱਡੇ ਵੀਰ ਇਕਬਾਲ ਮਾਹਲ ਜੀ, ਹੋਰ ਬਹੁਤ ਸਾਰੇ ਕਲਾਕਾਰਾਂ ਦੇ ਨਾਲ, ਕੁਲਵੰਤ ਨੀਲੋਂ ਹੁਣਾਂ ਨੂੰ ਅਸੀਂ ਮਿਲਦੇ ਰਹੇ ਹਾਂ, ਤੇ ਉਹ ਜਾ ਕੇ ਬੱਚਿਆਂ ਦੀਆਂ ਵਰਕਸ਼ਾਪਸ ਕਰਦੇ। ਤੁਹਾਨੂੰ ਕੈਨੇਡਾ ਤੋਂ ਵੀ ਇਹੋ ਜਿਹਾ ਕੋਈ ਸੱਦਾ ਪੱਤਰ ਆਇਆ ਜਾਂ ਉਹਨਾਂ ਨਾਲ ਗੱਲਬਾਤ ਹੋਈ ਕਿ ਇੱਥੇ ਵੀ ਵਰਕਸ਼ਾਪਸ ਕੀਤੀਆਂ ਜਾਣ? ਜੀ, ਵਰਕਸ਼ਾਪ ਦੀ ਤਾਂ ਨਹੀਂ ਹਾਲੇ ਗੱਲ ਹੋਈ, ਲੇਕਿਨ ਮੈਂ ਇਸ ਸਾਲ 2022 ਦੇ ਵਿੱਚ, ਜੇ ਸਭ ਕੁਝ ਠੀਕ ਰਿਹਾ, ਕਰੋਨਾ ਦਾ ਕੋਈ ਉਸ ਤਰ੍ਹਾਂ ਦਾ ਪ੍ਰਭਾਵ ਅੱਗੇ ਨਾ ਵਧਿਆ, ਤੇ 2022 ਚ ਮੈਂ ਆਪਣਾ ਜਿਹੜਾ ਨਵਾਂ ਨਾਟਕ ਹੈ ਧੰਨ ਲਿਖਾਰੀ ਨਾਨਕਾ, ਉਹਦੀ ਪਰਫਾਰਮੈਂਸ ਕਰਨ ਜਾ ਰਿਹਾ। ਬ੍ਰੈਂਪਟਨ ਦੇ ਵਿੱਚ ਕੁਲਵਿੰਦਰ ਖਹਿਰਾ ਹੋਰਾਂ ਨੇ ਹਾਲ ਬੁੱਕ ਕਰ ਲਿਆ ਹੋਇਆ, ਮਤਲਬ ਆਰਗੇਨਾਈਜ਼ ਕਰ ਲਿਆ, ਤੇ ਬਾਕੀ ਸ਼ਹਿਰਾਂ ਨੂੰ ਵੀ ਉਹਨਾਂ ਨੇ ਸੱਦਾ ਦੇ ਦਿੱਤਾ ਹੈ ਕਿ ਤੁਸੀਂ ਵੀ ਆਪਣੇ ਸ਼ਹਿਰਾਂ ਦੇ ਵਿੱਚ ਹਾਲ ਬੁੱਕ ਕਰ ਲਓ ਤੇ ਪਲਾਨ ਕਰ ਲਓ। ਸੋ ਮੈਨੂੰ ਲੱਗਦਾ ਕਿ ਮੈਂ ਕੈਨੇਡਾ ਔਰ ਜਿਹੜਾ ਉੱਤਰੀ ਅਮਰੀਕਾ ਦੇ ਕੁਝ ਸ਼ਹਿਰਾਂ ਦੇ ਵਿੱਚ ਵੀ ਇਸ ਸਾਲ ਦੇ ਵਿੱਚ ਤਕਰੀਬਨ ਜੂਨ ਤੇ ਜੁਲਾਈ ਦੇ ਵਿੱਚ ਮੈਂ ਪਰਫਾਰਮੈਂਸ ਕਰਨ ਜਾ ਰਿਹਾ ਹਾਂ। ਤੇ ਉੱਥੇ ਜਿਹੜੀਆਂ ਇਹੋ ਜਿਹੀਆਂ ਸਰਗਰਮੀਆਂ ਨੇ, ਜਾਂ ਤੁਸੀਂ ਕਰਦੇ ਤਾਂ ਹੋ ਪਰ ਤੁਸੀਂ ਉਹਦੇ ਵਿੱਚ ਤੁਸੀਂ ਟੀਚ ਵੀ ਕਰਦੇ ਹੋ, ਉੱਥੋਂ ਕਲਾਸਾਂ ਲੈਂਦੇ ਹੋ ਜਾਂ ਬੱਚਿਆਂ ਤੋਂ ਸਿਖਾਉਂਦੇ ਹੋ ਤੁਸੀਂ, ਉਹਨਾਂ ਉੱਥੇ ਇਹੋ ਜਿਹਾ ਵੀ ਤੁਹਾਡਾ ਹੈ? ਜੀ, ਮੇਰਾ ਕਿਉਂਕਿ
ਮੇਰਾ ਇੱਕ ਆਪਣਾ ਰੰਗਮੰਚ ਗਰੁੱਪ ਹੈ, ਅਦਾਕਾਰ ਮੰਚ ਜਿਹਦਾ ਨਾਮ ਹੈ। ਉਹਦੇ 'ਚ ਬਹੁਤ ਹੂੰ, ਸਾਰੇ ਮੁੰਡੇ ਕੁੜੀਆਂ, ਬਹੁਤ ਸਾਰੇ ਕਲਾਕਾਰ ਕੰਮ ਕਰਦੇ ਆ। ਤੇ ਆਮ ਹੂੰ, ਤੌਰ ਤੇ ਇਹ ਹੁੰਦਾ ਹੈ ਕਿ ਕੋਈ ਸਪੈਸ਼ਲ ਟ੍ਰੇਨਿੰਗ ਦੇਣ ਨਾਲੋਂ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਜੁਆਇਨ ਕਰ ਲਓ, ਤੁਸੀਂ ਥੀਏਟਰ ਕਰੋ। ਪਹਿਲਾਂ ਥੀਏਟਰ ਨੂੰ ਹੁੰਦਾ ਦੇਖੋ, ਰਿਹਰਸਲਸ ਦੇਖੋ ਕਿਵੇਂ ਕਰਦੇ ਆ, ਫਿਰ ਹੌਲੀ-ਹੌਲੀ ਹੂੰ, ਛੋਟੇ ਰੋਲ ਦੇ ਨਾਲ ਐਂਟਰੀ ਕਰੋ। ਤੁਹਾਨੂੰ ਆਪਣੇ ਆਪ ਹੀ ਚੀਜ਼ਾਂ ਸਮਝ ਆ ਜਾਣਗੀਆਂ। ਪਰ ਉਹਦੇ ਨਾਲ-ਨਾਲ ਜਿਹੜੀ ਟੈਕਨੀਕਲ ਟ੍ਰੇਨਿੰਗ ਹੈ, ਕਿਵੇਂ ਤੁਸੀਂ ਥੀਏਟਰ ਕਰਨਾ, ਉਹਦੀਆਂ ਟੈਕਨੀਕੈਲਿਟੀਜ਼ ਕੀ ਨੇ, ਐਕਟਿੰਗ ਕਿਵੇਂ ਕੀਤੀ ਜਾਂਦੀ ਹੈ, ਵੌਇਸ ਹੂੰ, ਮੋਡੂਲੇਟ ਕਿਵੇਂ ਕੀਤੀ ਜਾਂਦੀ, ਬਾਡੀ ਨੂੰ ਕਿਵੇਂ ਯੂਜ਼ ਕਰਦੇ ਹੋ, ਫੇਸ ਐਕਸਪ੍ਰੈਸ਼ਨਸ ਤੇ ਕਿਵੇਂ ਖੇਡਦੇ ਹੋ ਤੁਸੀਂ ਕਲਾਕਾਰ, ਉਹਦੀ ਮੈਂ ਹੂੰ, ਟ੍ਰੇਨਿੰਗ ਜਿਹੜੇ ਬਕਾਇਦਾ ਕੋਈ ਚਾਹੁੰਦੇ ਹੁੰਦੇ ਆ ਕਿ ਸਾਨੂੰ ਟ੍ਰੇਨਿੰਗ, ਪਰ ਮੈਂ ਉਸ ਤਰ੍ਹਾਂ ਦੀ ਕੋਈ ਟੀਚਿੰਗ ਨਹੀਂ ਕਰਦਾ। ਕੋਈ ਉਸ ਤਰ੍ਹਾਂ ਮੈਂ ਹੂੰ, ਸਕੂਲ ਨਹੀਂ ਖੋਲ੍ਹਿਆ ਹੋਇਆ ਐਕਟਿੰਗ ਦਾ, ਕਿਉਂਕਿ ਉਹ ਮੇਰੇ ਵੱਸ ਦਾ ਨਹੀਂ ਹੈ ਸ਼ਾਇਦ। ਪਰ ਮੈਂ 1 to 1 ਜ਼ਰੂਰ, ਕਿ ਕਿਸੇ ਐਕਟਰ ਨੇ ਸਿੱਖਣਾ ਹੋਵੇ ਤੇ ਉਹਦੇ 'ਚ ਮੈਂ 2-3 ਮਹੀਨੇ ਲਾ ਕੇ ਉਹਦੇ ਨਾਲ ਕਰਦਾ। ਕਾਫ਼ੀ ਮੁੰਡਿਆਂ ਨਾਲ, ਕੁੜੀਆਂ ਨਾਲ ਇਹੋ ਜਿਹਾ ਸਿਲਸਿਲਾ ਚੱਲਦਾ ਰਿਹਾ। ਪਰ ਮੇਰਾ ਇੱਕ ਮੰਨਣਾ ਹੈਗਾ ਕਿ ਜੋ ਮੈਨੂੰ ਆਉਂਦਾ ਹੈ, ਜੋ ਮੈਂ ਸਿੱਖਿਆ 34 ਸਾਲਾਂ ਦੇ ਵਿੱਚ, ਮੈਂ ਉਹਦਾ ਕੋਈ ਵੀ ਇੱਕ ਕਿਣਕਾ ਮਾਤਰ ਵੀ ਛੁਪਾ ਕੇ ਨਹੀਂ ਰੱਖਣਾ ਚਾਹੁੰਦਾ। ਮੈਂ ਚਾਹੁੰਦਾ ਕਿ ਹੂੰ, ਉਹ ਅੱਗੇ ਅੱਗੇ ਵਧੇ, ਅੱਗੇ ਮੁੰਡਿਆਂ ਨੂੰ, ਕੁੜੀਆਂ ਨੂੰ, ਉਹਨਾਂ ਨੂੰ ਵੀ ਸਮਝ ਆਵੇ ਕਿਵੇਂ ਤਜਰਬੇ ਦੇ ਵਿੱਚ ਚੀਜ਼ਾਂ ਸਿੱਖੀਆਂ ਜਾਂਦੀਆਂ ਔਰ ਕਿਵੇਂ ਫਿਰ ਥੀਏਟਰ ਕੀਤਾ ਜਾਂਦਾ ਤੇ ਕਿਵੇਂ ਫਿਰ ਲੋਕਾਂ ਦੇ ਨਾਲ ਜੁੜਿਆ ਜਾਂਦਾ। ਇਸ ਵੇਲੇ ਅਸੀਂ ਇੰਨੇ ਅੱਛੇ ਫੇਜ਼ ਵਿੱਚੋਂ ਲੰਘ ਰਹੇ ਹਾਂ ਪੰਜਾਬੀ ਰੰਗਮੰਚ ਨੂੰ ਲੈ ਕੇ, ਕਿ ਪੰਜਾਬੀ ਰੰਗਮੰਚ ਉੱਤੇ ਲੋਕਾਂ ਦਾ ਵਿਸ਼ਵਾਸ ਬਹੁਤ ਬਿਹਤਰ ਬਣਿਆ ਤੇ ਰੰਗਕਰਮੀਆਂ ਦਾ ਵੀ ਲੋਕਾਂ ਉੱਤੇ ਵਿਸ਼ਵਾਸ ਬਣਿਆ। ਤੇ ਜਿਹੜਾ ਰਾਜਨੀਤਿਕ ਨਾਟਕ ਹੈ, ਜਿਹੜਾ ਮਤਲਬ ਪੋਲੀਟੀਕਲੀ ਅਵੇਅਰ ਪਲੇ ਹੈ, ਕਿਸੇ ਵੀ ਟਾਈਮ ਕਿਹਾ ਜਾਂਦਾ ਸੀ ਵੀ ਰਾਜਨੀਤਿਕ ਨਾਟਕ ਨਹੀਂ ਹੋਣਾ ਚਾਹੀਦਾ ਜਾਂ ਰਾਜਨੀਤਿਕ ਰੰਗਮੰਚ ਨਹੀਂ ਹੋਣਾ ਚਾਹੀਦਾ, ਉਹ ਇਸ ਵੇਲੇ ਸਭ ਤੋਂ ਪ੍ਰਮੁੱਖ ਬਣਿਆ ਹੋਇਆ ਹੈ। ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਸਾਡੀ ਸਮਾਜਿਕਤਾ, ਸਾਡੀ ਧਾਰਮਿਕਤਾ, ਸਾਡੀ ਆਰਥਿਕਤਾ ਸਭ ਕੁਝ ਪ੍ਰਭਾਵਿਤ ਹੁੰਦਾ ਹੈ। ਪਰ ਉਹਦੀ ਗੱਲ ਹੂੰ, ਅਸੀਂ ਆਪਣੇ ਨਾਟਕਾਂ 'ਚ ਕਿਉਂ ਨਾ ਕਰੀਏ? ਉਹ ਗੱਲ ਹੋ ਓਹ, ਰਹੀ ਹੈ ਕਿ ਉਸ ਗੱਲ ਨੂੰ ਹੁਣ ਇੱਜ਼ਤ ਵੀ ਮਿਲ ਰਹੀ ਹੈ। ਉਹਨਾਂ ਦੋਸਤਾਂ ਕੋਲੋਂ, ਉਹਨਾਂ ਦਾਨਿਸ਼ਵਰਾਂ ਕੋਲੋਂ, ਉਹਨਾਂ ਵਿਦਵਾਨਾਂ ਕੋਲੋਂ, ਸਾਡੇ ਵੱਡੇ ਨਾਟਕਕਾਰਾਂ ਵੱਲੋਂ, ਜਿਹੜੇ ਕਿਸੇ ਟਾਈਮ ਹੈਜ਼ੀਟੇਟ ਕਰਦੇ ਸੀ ਰਾਜਨੀਤਿਕ ਰੰਗਮੰਚ ਤੋਂ, ਉਹ ਇਸ ਵੇਲੇ ਸ਼ਾਬਾਸ਼ ਦਿੰਦੇ ਨੇ ਕਿ ਜੇ ਤੁਸੀਂ ਇਸ ਤਰ੍ਹਾਂ ਦਾ ਚਤਨ ਥੀਏਟਰ ਕਰ ਰਹੇ ਹੋ ਤਾਂ ਇਹ ਨੀਡ ਆਫ ਦਾ ਆਰ ਹੈ। ਅੱਜ ਇਸ ਚੀਜ਼ ਦੀ ਲੋੜ ਹੈ। ਸੋ ਹੂੰ, ਬਹੁਤ ਸਾਰੇ ਦੋਸਤ ਕਰ ਰਹੇ ਨੇ ਇਸ ਤਰ੍ਹਾਂ ਦਾ। ਹੂੰ। ਬਹੁਤ-ਬਹੁਤ ਧੰਨਵਾਦ। ਤੇ ਹੁਣ ਤੁਸੀਂ ਇੱਕ ਅਖੀਰਲਾ ਮੈਂ ਸਵਾਲ ਕਰਾਂਗਾ, ਬਾਕੀ ਜਿਹੜਾ ਅਗਲਾ ਅਸੀਂ ਤੁਹਾਡਾ ਇੱਕ ਰੂਪ ਦੇਖਣਾ ਚਾਹੁੰਦੇ ਹਾਂ। ਉਸ ਤੋਂ ਪਹਿਲਾਂ ਕਿ ਹੁਣ ਤੁਸੀਂ ਪੰਜਾਬ ਜਾ ਰਹੇ ਹੋ ਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬਦਲਾਵ ਤੁਸੀਂ ਦੇਖਿਆ ਹੋਊਗਾ ਜਦੋਂ ਤੁਸੀਂ ਆਏ ਸੀ ਉਸ ਤੋਂ ਬਾਅਦ, ਤੇ ਬਹੁਤ ਸਾਰੇ ਜੀ ਕਲਾਕਾਰ ਦੇ ਮੈਦਾਨ ਦੇ ਵਿੱਚ ਆ ਗਏ ਨੇ ਕਿ ਤੁਸੀਂ ਉਹਦਾ ਕੀ ਪ੍ਰਭਾਵ ਲੈਣੇ ਹੈਗੇ ਆ ਕਿ ਹੁਣ ਜਦੋਂ ਉੱਥੇ ਵੋਟਾਂ ਪਾਉਣੀਆਂ ਤੇ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਪੇਸ਼ ਕਰੋਗੇ ਲੋਕਾਂ ਦੇ ਵਿੱਚ ਆ ਕੇ? ਤੁਸੀਂ ਲੋਕਾਂ ਦੇ ਕਲਾਕਾਰ ਹੋ ਜੀ। ਜੀ, ਮੈਂ ਲੋਕਾਂ 'ਚ ਜਾਂਦਾ ਰਹਾਂਗਾ। ਮੈਂ ਜਾ ਕੇ ਕੋਈ ਆਰਾਮ ਨਹੀਂ ਕਰਨਾ, ਕੋਈ ਮੇਰਾ ਰੈਸਟ ਪੀਰੀਅਡ ਨਹੀਂ ਹੋਏਗਾ। ਮੈਂ ਜਾ ਕੇ ਹੂੰ, ਪਹੁੰਚਾਂਗਾ ਤੇ ਨਾਲ ਦੇ ਪਿੰਡਾਂ ਵਿੱਚ ਸ਼ੋਜ਼ ਮੇਰੇ ਪਲਾਨ ਹੋਏ ਹੋਏ ਨੇ ਪਹਿਲਾਂ ਹੀ। ਤੇ ਮੈਂ ਹੂੰ, ਜਾਵਾਂਗਾ ਜਿੱਥੇ-ਜਿੱਥੇ ਵੀ ਮੈਂ ਜਾ ਸਕਦਾ ਹੋਇਆ, ਵੱਧ ਤੋਂ ਵੱਧ ਲੋਕਾਂ ਦੇ ਵਿੱਚ ਨਾਟਕ ਲੈ ਕੇ ਜਾਵਾਂਗਾ। ਕਿਉਂਕਿ ਮੇਰਾ ਫਿਕਰ ਕੁਛ ਹੋਰ ਤਰ੍ਹਾਂ ਦਾ ਹੈ। ਮੇਰਾ ਫਿਕਰ ਹੂੰ, ਇਹ ਨਹੀਂ ਹੈ ਕਿ ਕਿਹੜੀ ਰਾਜਨੀਤਿਕ ਪਾਰਟੀ ਬਣਨੀ ਚਾਹੀਦੀ ਹੈ, ਕੌਣ ਵੋਟਾਂ 'ਚ ਖੜੇ, ਕਿਹੜਾ ਕਿਸਾਨ ਆਗੂ ਖੜੇ ਜਾਂ ਨਾ ਖੜੇ। ਇਹ ਸਭ ਬਹਿਸਾਂ ਤੋਂ ਉੱਪਰ ਇੱਕ ਬਹਿਸ ਇਹ ਹੈ ਕਿ ਜਿਹੜੇ ਲੋਕ ਨੇ, ਜਿਹੜੇ ਹੂੰ, 75 ਸਾਲਾਂ ਦੇ ਵਿੱਚੋਂ ਤੋਂ ਇੱਕ ਡੈਮੋਕ੍ਰੇਸੀ ਨੂੰ ਇਸ ਤਰ੍ਹਾਂ ਦੀ ਨੂੰ ਬਰਦਾਸ਼ਤ ਕਰ ਰਹੇ, ਜਿਹੜੀ ਸੱਚੀ-ਮੁੱਚੀ ਦੀ ਡੈਮੋਕ੍ਰੇਸੀ ਨਹੀਂ ਹੈ, ਉਹਦੇ ਪ੍ਰਤੀ ਲੋਕ ਕਿੰਨੇ ਕੁ ਅਵੇਅਰ ਹੁੰਦੇ ਆ, ਲੋਕ ਕਿੰਨੇ ਕੁ ਸਵਾਲ ਕਰਦੇ ਆ। ਮੁੱਦਾ ਸਾਰਾ ਇਹ ਹੈ। ਮੈਂ ਆਪਣੇ ਰੰਗਮੰਚ ਰਾਹੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਅਵੇਅਰ ਹੋਵੋ, ਤੁਸੀਂ ਚੇਤੰਨ ਹੋਵੋ। ਰਾਜਨੀਤਿਕ ਪਾਰਟੀ ਹਾਲੇ ਕਿਹੜੀ ਆਂਦੀ, ਕਿਹੜੀ ਨਹੀਂ ਆਂਦੀ, ਪਤਾ ਨਹੀਂ ਤੁਹਾਡੇ ਵੱਸ ਵਿੱਚ ਹੈਗਾ ਕਿ ਨਹੀਂ ਹੈਗਾ। ਪਰ ਜਿਹੜੀ ਵੀ ਆਂਦੀ, ਉਹਦੇ ਤੇ ਕਿੰਨਾ ਕੁ ਪ੍ਰੈਸ਼ਰ ਤੁਸੀਂ ਮੇਨਟੇਨ ਕਰਕੇ ਰੱਖ ਸਕਦੇ ਹੋ। ਤੁਹਾਡਾ ਡਰ, ਤੁਹਾਡਾ ਫਿਕਰ, ਤੁਹਾਡਾ ਉਹਨਾਂ ਦੇ ਏਜੰਡੇ 'ਚ ਰਹਿਣਾ ਬਹੁਤ ਜ਼ਰੂਰੀ ਹੈ। ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਉਹ ਜ਼ਿਆਦਾ ਹੂੰ, ਜ਼ਿਆਦਾ ਜ਼ਰੂਰੀ ਹੈ। ਤੇ ਰੰਗਮੰਚ ਅਗਰ ਇਹ ਮੈਸੇਜ ਲੋਕਾਂ ਨੂੰ ਦਿੰਦਾ ਹੈ ਜਾ ਕੇ, ਤਾਂ ਮੈਂ ਸਮਝਦਾ ਕਿ ਇੱਕ ਵੱਡੀ ਜ਼ਿੰਮੇਵਾਰੀ ਅਸੀਂ ਨਿਭਾ ਰਹੇ ਹੋਵਾਂਗੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਤੇ ਮੈਂ ਹੁਣ ਜਾ ਕੇ ਵੀ ਬਹੁਤ ਸਾਰੇ ਪਿੰਡਾਂ ਵਿੱਚ ਜਾਣ ਦੀ ਮੇਰੀ ਕੋਸ਼ਿਸ਼ ਹੈ। ਮੈਂ ਹੋ ਸਕਦਾ ਕੋਈ ਤਕਰੀਬਨ 100 ਪਿੰਡਾਂ ਦੇ ਵਿੱਚ ਲਗਾਤਾਰ ਜਾਵਾਂ, ਆਪਣੇ ਇਸੇ ਨਾਟਕ ਨੂੰ ਲੈ ਕੇ, ਸਮਾਂ ਵਾਲੀ ਡਾਂਗ ਨੂੰ ਵੀ ਤੇ ਧੰਨ ਲਿਖਾਰੀ ਨਾਨਕਾ ਨੂੰ ਵੀ, ਤਾਂ ਕਿ ਲੋਕਾਂ ਦੇ ਕੋਲ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕੇ। ਹੂੰ। ਡਾਕਟਰ ਸਾਹਿਬ, ਹੁਣ ਤੁਹਾਤੋਂ ਮੈਂ 2 ਕੁ ਮਿੰਟ ਤੁਹਾਨੂੰ ਸਮਾਂ ਦੇਵਾਂਗੇ, ਤੁਹਾਨੂੰ ਅਸੀਂ ਤਿਆਰ ਹੋਣ ਵਾਸਤੇ। ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗਾ ਕਿ ਇਹ ਸਨ ਡਾਕਟਰ ਸਾਹਿਬ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰ ਰਹੇ ਸੀ, ਤੇ ਤੁਹਾਨੂੰ ਅਸੀਂ ਉਹਨਾਂ ਦਾ ਇੱਕ ਵੱਖਰਾ ਰੂਪ ਅਸੀਂ ਤੁਹਾਨੂੰ ਦਿਖਾਉਣ ਦਾ ਕੋਸ਼ਿਸ਼ ਕਰਾਂਗੇ ਇਸ ਵੇਲੇ। ਪਰ ਦਰਸ਼ਕੋ, ਅਸੀਂ ਥੋੜ੍ਹੀ ਦੇਰ ਬਾਅਦ ਤੁਹਾਨੂੰ ਡਾਕਟਰ ਸਾਹਿਬ ਸਿੰਘ ਜੀ ਦਾ ਜਿਹੜਾ ਉਹ ਚਿਹਰਾ, ਅਸਲੀ ਰੂਪ ਜਿਹੜਾ ਕਹਿ ਦਈਏ, ਜਿਨ੍ਹਾਂ ਨੂੰ ਅਸੀਂ ਸਟੇਜ ਦੇ ਉੱਤੇ ਦੇਖਦੇ ਹਾਂ। ਔਰ ਮੈਨੂੰ ਬੜੀ ਇਸ ਗੱਲ ਦਾ ਅਫਸੋਸ ਹੈ ਕਿ ਬਰਤਾਨੀਆ ਦੇ ਵਿੱਚ ਕਰੋਨਾ ਦੀ ਮਹਾਮਾਰੀ ਨੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਸ਼ੋਅ ਆ ਉਹ ਕੈਂਸਲ ਹੋ ਗਏ, ਰੱਦ ਹੋ ਗਏ। ਇਕੱਲੇ ਉਹਨਾਂ ਦੀ ਹੀ ਨਹੀਂ, ਬਾਕੀ ਜਿਹੜਾ ਜੋ ਜਨਜੀਵਨ ਤੇ ਸਾਡੇ ਪ੍ਰਭਾਵ ਪਿਆ ਉਹ ਸਾਨੂੰ ਪਤਾ ਹੈ ਉਹਦੇ ਬਾਰੇ। ਸੋ ਜਦੋਂ ਵਾਪਸ ਆਉਂਦੇ ਆ ਉਹਦੀ ਗੱਲ ਦੀ ਮੈਂ ਜਿਹੜੀ ਆਪਣੀ ਗੱਲ ਨੂੰ ਜਾਰੀ ਰੱਖਾਂਗਾ ਥੋੜ੍ਹੀ ਦੇਰ ਬਾਅਦ।
ਕਿ ਜੋ ਵੁਲਹੈਂਪਟਨ ਦੇ ਵਿੱਚ ਉਹਨਾਂ ਦਾ ਇੱਕ ਪ੍ਰੋਗਰਾਮ ਸੀ ਉਹ ਵੀ ਰੱਦ ਹੋ ਗਿਆ। ਉਸ ਤੋਂ ਬਾਅਦ ਨਵੇਂ ਸਾਲ ਦੇ ਵਿੱਚ ਪਹਿਲੇ ਹਫ਼ਤੇ ਵਿੱਚ ਉਹਨਾਂ ਦਾ ਪ੍ਰੋਗਰਾਮ ਸੀ ਵੁਲਵਰਹੈਂਪਟਨ ਦੇ ਵਿੱਚ, ਉਹ ਵੀ ਉਹ ਪ੍ਰੋਗਰਾਮ ਕਰੋਨੇ ਦੀ ਭੇਟ ਚੜ੍ਹ ਗਿਆ। ਤੇ ਸਾਡੀ ਬਹੁਤ ਤਾਂਘ ਦੇ ਬਾਵਜੂਦ ਵੀ ਸਾਡੀ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਸਕੀ। ਇਸ ਗੱਲ ਦੀ ਅਸੀਂ ਮਾਫੀ ਚਾਹੁੰਦੇ ਹਾਂ। ਸੋ ਜਦੋਂ ਬਾਤ ਆਉਂਦੇ ਆ, ਮੈਂ ਉਹਨਾਂ ਦੀ ਗੱਲ ਕਰਦਾ ਕਿ ਇਹੋ ਜਿਹੀਆਂ ਜਿਹੜੀਆਂ ਵਰਕਸ਼ਾਪਸ ਨੇ, ਇਹੋ ਜਿਹੇ ਕਲਾਕਾਰ ਨੇ, ਇਹੋ ਜਿਹੇ ਕਲਾਕਾਰ ਨੂੰ ਸਾਨੂੰ ਬਹੁਤ ਉਤਸ਼ਾਹਿਤ ਕਰਨਾ ਚਾਹੀਦਾ ਹੈ। ਭਾਜੀ ਗੁਰਸ਼ਰਨ ਸਿੰਘ ਦੀ ਜਿਹੜੀ ਯੋਗਦਾਨ ਹੈ ਪੰਜਾਬੀ ਰੰਗਮੰਚ ਨੂੰ, ਉਹ ਕਿਸੇ ਤੋਂ ਗੁੱਝਾ ਨਹੀਂ ਹੈਗਾ। ਜਿੰਨੀਆਂ ਵੀ ਸਾਡੀਆਂ ਜੁਝਾਰੂ ਜਥੇਬੰਦੀਆਂ ਨੇ, ਉਹਨਾਂ ਤੋਂ ਉਹ ਪ੍ਰੇਰਨਾ ਲੈਂਦੀਆਂ ਰਹੀਆਂ ਨੇ, ਕਿਉਂਕਿ ਕਿਵੇਂ ਉਹਨਾਂ ਨੇ ਆਪਣੀ ਇੱਕ ਸੁੱਖਾਂ ਭਰੀ ਜਿਹੜੀ ਇੰਜੀਨੀਅਰਿੰਗ ਦੀ ਇੱਕ ਚੀਫ ਇੰਜੀਨੀਅਰ ਦੀ ਨੌਕਰੀ ਛੱਡ ਕੇ ਉਹਨਾਂ ਨੇ ਲੋਕਾਂ ਦੇ ਪਿੰਡ ਦੇ ਵਿੱਚ ਆ ਕੇ ਕੁੱਦ ਗਏ ਤੇ ਉਹਨਾਂ ਨੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਪ੍ਰੈਕਟੀਕਲ ਤਰੀਕੇ ਦੇ ਨਾਲ, ਅਮਲੀ ਤੌਰ ਦੇ ਉੱਤੇ ਉਹਨਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਜੋ ਅਸਲੀ ਸੁਨੇਹਾ ਸੀ ਉਹ ਲੋਕਾਂ ਤੱਕ ਪਹੁੰਚਾਇਆ। ਤੇ ਇਸ ਦੇ ਨਾਲ ਹੀ ਉਹਨਾਂ ਨੇ ਗੱਲ ਕੀਤੀ ਆ ਕਿ ਕੈਨੇਡਾ ਦੇ ਵਿੱਚ ਬਹੁਤ ਸਰਗਰਮੀਆਂ ਹੋ ਰਹੀਆਂ ਨੇ। ਨਵਜੋਤ ਢਿੱਲੋਂ ਜੀ ਸਾਨੂੰ ਯਾਦ ਕਰਦੇ ਹੁੰਦੇ ਆ ਤੇ ਉਹਨਾਂ ਨੇ ਵੀ ਉਹਨਾਂ ਦੇ ਪ੍ਰੋਗਰਾਮ ਨੂੰ ਆਪਣੇ ਰੇਡੀਓ ਦੇ ਰਾਹੀਂ ਨਸ਼ਰ ਕੀਤਾ, ਟੀਵੀ ਆਪਣੇ YouTube ਚੈਨਲ ਦੇ ਰਾਹੀਂ ਨਸ਼ਰ ਕੀਤਾ। ਸੋ ਇਹੋ ਜਿਹੇ ਕਲਾਕਾਰਾਂ ਨੂੰ ਸਾਨੂੰ ਵੱਧ ਤੋਂ ਵੱਧ ਉਹਨਾਂ ਦਾ ਯੋਗਦਾਨ ਦੇਣਾ ਚਾਹੀਦਾ, ਮਦਦ ਕਰਨੀ ਚਾਹੀਦੀ ਆ। ਤੋ ਹੁਣ ਉਹ ਸਾਡੇ ਨਾਲ ਵਾਪਸ ਜੁੜ ਚੁੱਕੇ ਨੇ ਤੇ ਆਓ ਅਸੀਂ ਹੁਣ ਦੀ ਜਿਹੜੀ ਗੱਲਬਾਤ ਹੈਗੀ ਆ, ਮੈਂ ਹੁਣ ਕੈਮਰਾ ਦੇਵਾਂਗਾ ਡਾਕਟਰ ਸਾਹਿਬ ਸਿੰਘ ਜੀ ਨੂੰ। ਅਸੀਂ ਤੁਹਾਡੇ ਇਸ ਵੇਲੇ ਮੂਕ ਦਰਸ਼ਕ ਬਣ ਕੇ ਬੈਠੇ ਹਾਂ। ਸਾਹਿਬ ਸਿੰਘ ਜੀ, ਤੁਸੀਂ ਸਟੇਜ ਤੇ ਆ ਗਏ ਹੋ ਤੇ ਤੁਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰ ਸਕਦੇ ਆ ਜੀ। ਤੁਸੀਂ ਸਾਨੂੰ ਕਿਹਾ ਕਿ ਮੁਲਕ ਵਿੱਚ ਅੰਨ ਦੇ ਭੰਡਾਰ ਖਾਲੀ ਹੋ ਗਏ ਨੇ ਤੇ ਅਸੀਂ ਅੰਨ ਪੈਦਾ ਕਰਨ ਦੀ ਨੇਰੀ ਲਿਆ ਕੇ ਰੱਖਤੀ। ਨੇਰੀ ਇੰਨੀਆਂ ਫਸਲਾਂ ਪੈਦਾ ਕੀਤੀਆਂ ਕਿ ਆਪਣੀ ਜ਼ਮੀਨ ਬਰਬਾਦ ਕਰਕੇ ਰੱਖ ਲਈ। ਮੇਰੇ ਬਾਪੂ ਦੇ ਟਾਈਮ ਇੱਕ ਫਸਲ ਪੈਦਾ ਹੁੰਦੀ ਸੀ, ਵੱਧ ਤੋਂ ਵੱਧ 2-6 ਮਹੀਨੇ ਖੇਤਾਂ ਨੂੰ ਸਨਮਾ ਛੱਡੀ ਰੱਖਦੇ ਸੀ, ਜਿਵੇਂ ਸਾਹ ਦਵਾਈ ਦਾ ਹੁੰਦਾ, ਜਿਵੇਂ ਤੀਵੀਂ ਨੂੰ ਇੱਕ ਬੱਚਾ ਜਨਮ ਤੋਂ ਬਾਅਦ ਸਾਹ ਮਿਲਦਾ ਦੂਜੇ ਬੱਚੇ ਤੋਂ ਪਹਿਲਾਂ, ਇਸ ਤਰ੍ਹਾਂ। ਫਿਰ ਇੱਕ ਫਸਲ ਤੋਂ 2 ਫਸਲਾਂ ਹੋਈਆਂ, ਫਿਰ 2 ਤੋਂ 3 ਹੋਈਆਂ, ਫਿਰ 3 ਤੋਂ 4 ਹੋਈਆਂ। ਤੁਹਾਡੇ ਮੁਲਕ ਦੇ ਅੰਨ ਦੇ ਭੰਡਾਰੇ ਭਰਨ ਲਈ ਅਸੀਂ 4-4 ਫਸਲਾਂ ਬੀਜਣ ਦਾ ਪਾਪ ਕਰ ਬੈਠੇ ਹਾਂ, ਪਾਪ। ਤੇ ਹੁਣ ਅਸੀਂ ਪਾਪੀ ਖਵਾਉਂਦੇ ਹਾਂ, ਪਾਪੀ। ਆ ਸ਼ਹਿਰਾਂ 'ਚ ਰਹਿੰਦੇ ਲੋਕ, ਪਿੰਡਾਂ ਦੇ ਵਿੱਚ ਸਰਦੇ ਪੁੱਜਦੇ ਲੋਕ ਸਾਡੇ ਵੱਲ ਨੂੰ ਐਂ ਦੇਖਦੇ ਆ ਜਿਵੇਂ ਇਸ ਦੁਨੀਆ ਦੇ ਉੱਤੇ ਸਭ ਤੋਂ ਪਹਿਲਾ ਤੇ ਆਖਰੀ ਵੱਡਾ ਗੁਨਾਹ ਅਸੀਂ ਕੀਤਾ ਹੋਵੇ। ਸਾਨੂੰ ਟੀਚਰਾਂ ਕਰਦੇ ਨੇ, ਟੀਚਰਾਂ, ਕਿ ਇਹਨਾਂ ਜੱਟਾਂ ਨੂੰ ਸ਼ਰਮ ਨਹੀਂ ਆਉਂਦੀ, ਇਹਨਾਂ ਨੇ ਪਤਾ ਨਹੀਂ ਕਿੰਨਾ ਕੁ ਪੈਸਾ ਕਮਾਉਣਾ, ਇਹ ਦਵਾਈਆਂ ਛਿੜ ਕੇ ਗੋਭੀ ਪੈਦਾ ਕਰੀ ਜਾਂਦੇ ਆ, ਟੀਕੇ ਲਾ ਕੇ ਬੈਂਗਣ ਵੱਡੇ ਕਰੀ ਜਾਂਦੇ ਆ, ਹਰ ਚੀਜ਼ 'ਚ ਜ਼ਹਿਰ ਖਵਾਉਂਦੇ ਆ, ਪਤਾ ਨਹੀਂ ਇਹਨਾਂ ਨੇ ਪੈਸਾ ਇੰਨਾ ਕਿੱਥੇ ਲੈ ਕੇ ਜਾਣਾ। ਇਹਨਾਂ ਨੂੰ ਜ਼ਿਮੀਂਦਾਰਾਂ ਨੂੰ ਮੌਤ ਨਹੀਂ ਆਉਂਦੀ, ਮੌਤ। ਹੋਰ ਕਿਹੋ ਜਿਹੀ ਮੌਤ ਭਾਲਦੇ ਹੋ? ਕਿਹੋ ਜਿਹੀ ਮੌਤ ਚਾਹੀਦੀ ਤੁਹਾਨੂੰ? ਨਿੱਤ ਤਾਂ 70 ਵਿਛਦੇ ਨੇ, ਨਿੱਤ ਜਿਹੜੀਆਂ ਸ਼ੀਸ਼ੀਆਂ ਜਿਹੜੀਆਂ ਦਵਾਈ ਵਾਲੀਆਂ ਖੇਤਾਂ ਵਿੱਚ ਡਿੱਗਣੀਆਂ ਚਾਹੀਦੀਆਂ ਸੀ, ਉਹ ਢਿੱਡਾਂ 'ਚ ਡਿੱਗ ਰਹੀਆਂ ਨੇ, ਰੱਸੇ ਲਮਕਦੇ ਨੇ ਦਰਖਤਾਂ ਦੇ ਨਾਲ। ਹੋਰ ਕਿਹੋ ਜਿਹੀ ਮੌਤ ਚਾਹੁੰਦੇ ਹੋ? ਅਸੀਂ ਨਹੀਂ ਕਹਿੰਦੇ ਕਿ ਅਸੀਂ ਦਵਾਈਆਂ ਨਹੀਂ ਪਾਉਂਦੇ, ਅਸੀਂ ਪਾਉਂਦੇ ਆ ਖੇਤਾਂ 'ਚ ਦਵਾਈ, ਪਰ ਦਵਾਈਆਂ ਕੋਈ ਸਾਡੀ ਫੈਕਟਰੀ ਖੇਤਾਂ 'ਚ ਨਹੀਂ ਲੱਗੀ ਹੋਈ। ਕਿੱਥੋਂ ਆਈਆਂ ਦਵਾਈਆਂ? ਅਸੀਂ ਤਾਂ ਨਕਲ ਵਾਲੇ ਹੈ ਨਹੀਂ ਸੀ, ਅਸੀਂ ਤਾਂ ਅਸਲ ਵਾਲੇ ਆ, ਅਸਲ ਦੁੱਧ ਵਾਲੇ, ਅਸਲ ਘਿਓ ਵਾਲੇ, ਅਸਲ ਲੱਸੀ ਮੱਖਣ ਵਾਲੇ, ਅਸਲ ਕਮਾਏ ਹੋਏ ਸਰੀਰਾਂ ਵਾਲੇ। ਤੇ ਫਿਰ ਸਾਡੇ ਇਸੇ ਨਕਲ ਕਿੱਥੋਂ ਆ ਗਈ? ਕਦੇ ਦਵਾਈਆਂ ਨਕਲੀ, ਕਦੇ ਬੀ ਨਕਲੀ, ਕਦੇ ਖਾਦਾਂ ਨਕਲੀ, ਕਦੇ ਤੇਲ ਨਕਲੀ, ਤੇ ਸਭ ਤੋਂ ਵੱਡੇ ਕੁਰਸੀ ਤੇ ਬੈਠੇ ਲੋਕਾਂ ਦੇ ਵਾਅਦੇ ਨਕਲੀ। ਤੇ ਫਿਰ ਵੀ ਤੁਸੀਂ ਕਸੂਰ ਸਾਡਾ ਕੱਢਦੇ ਹੋ। ਕਸੂਰ ਕੱਲਾ ਸਾਡਾ ਨਹੀਂ ਹੈ ਜੇ ਸਾਡੇ ਖੇਤਾਂ ਦੇ ਵਿੱਚ ਹੁਣ ਜ਼ਹਿਰਾਂ ਉੱਗਦੀਆਂ। ਤੁਸੀਂ ਸਾਡੇ ਧੀਆਂ ਪੁੱਤਾਂ ਦਾ ਫਿਕਰ ਨਹੀਂ ਕੀਤਾ। ਕਦੇ ਇਹ ਨਹੀਂ ਸੋਚਿਆ ਵੀ ਇਹਨਾਂ ਨੂੰ ਵੀ ਚੰਗੀ ਜ਼ਿੰਦਗੀ ਚਾਹੀਦੀ ਹੈ, ਚੱਜ ਦਾ ਕੱਪੜਾ ਚਾਹੀਦਾ, ਘਰ ਚਾਹੀਦਾ, ਗੱਡੀ ਚਾਹੀਦੀ, ਕੁਝ ਖਾਣ ਨੂੰ ਚਾਹੀਦਾ। ਨਹੀਂ, ਇਹੀ ਸੋਚਿਆ ਮਿੱਟੀ ਘੱਟੇ 'ਚ ਪੜਨ ਵਾਲੇ, ਇਹਨਾਂ ਨੂੰ ਤਾਂ ਕੁਝ ਚਾਹੀਦਾ ਹੀ ਨਹੀਂ। ਤੇ ਫਿਰ ਆਪਣੇ ਧੀਆਂ ਪੁੱਤਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ 4-4 ਫਸਲਾਂ ਬੀਜਣ ਦਾ ਪਾਪ ਕਰਨਾ ਪੈ ਗਿਆ, ਪਾਪ। ਪਰ ਤੁਸੀਂ ਇਸ ਤੋਂ ਬਚ ਨਹੀਂ ਸਕਦੇ, ਤੁਸੀਂ ਭੱਜ ਨਹੀਂ ਸਕਦੇ। ਇਹ ਸਾਰਾ ਕੁਝ ਤੁਹਾਡੇ ਸਿਆਣਿਆਂ ਦੇ ਪਿੱਛੇ ਲੱਗ ਕੇ ਹੋਇਆ, ਤੁਹਾਡੇ ਸਿਆਣਿਆਂ ਦੇ। ਤੁਸੀਂ ਕਿਹਾ ਦੇਸ਼ ਨੂੰ ਖਤਰਾ ਹੈ ਤੇ ਸਾਡੇ ਮੁੰਡੇ ਸਰਹੱਦ ਤੇ ਜਾ ਕੇ ਲੜਨ ਲੱਗ ਪਏ। ਜਿੱਤ ਤੁਹਾਡੀ ਹੋਈ, ਜਸ਼ਨ ਤੁਸੀਂ ਮਨਾਏ, ਸਾਡੀ ਛਾਤੀ ਤੇ ਟੰਗ ਤੇ ਤਮਗੇ, ਤੇ ਸਾਡੇ ਮੁੰਡੇ ਮਰੇ, ਚਾਹੇ ਇੱਧਰ ਮਰੇ ਚਾਹੇ ਉੱਧਰ ਮਰੇ। ਅਸੀਂ ਬਹੁਤ ਕੁਝ ਭੁਗਤਿਆ, ਬਹੁਤ ਕੁਝ। ਐਵੇਂ ਨਹੀਂ ਅਸੀਂ ਦਿੱਲੀ ਦੀਆਂ ਸੜਕਾਂ ਤੇ ਆ ਕੇ ਬੈਠੇ, ਅਸੀਂ ਬਹੁਤ ਸਾਲਾਂ ਤੋਂ ਭੁਗਤ ਰਹੇ ਸੀ। ਹੁਣ ਹੱਦ ਹੋ ਗਈ ਹੈ, ਹੁਣ ਪਾਣੀ ਸਿਰ ਤੋਂ ਟੱਪਿਆ ਤਾਂ ਆਏ ਆ। ਸੱਪ ਖੇਤਾਂ 'ਚ ਤੁਰਿਆ ਰਵੇ ਤੇ ਕੋਈ ਪਰਵਾਹ ਨਹੀਂ, ਤੂੜੀ ਵਾਲੇ ਕੋਠੇ 'ਚ ਵੀ ਨਿਕਲ ਆਵੇ ਕੋਈ ਪਰਵਾਹ ਨਹੀਂ। ਪਰ ਹੁਣ ਇਹ ਸੱਪ ਤੁਹਾਡਾ ਸਾਡੇ ਸਬਾਤਾਂ 'ਚ ਆ ਵੜਿਆ, ਸਾਡੇ ਦਲਾਨਾਂ 'ਚ ਸਾਡੇ ਅੰਦਰ ਆ ਵੜਿਆ, ਸਾਡੇ ਘਰ 'ਚ। ਇਸ ਕਰਕੇ ਮਜਬੂਰ ਹੋ ਕੇ ਸਾਨੂੰ ਉਸ ਸੱਪ ਨੂੰ ਮਾਰਨ ਲਈ ਆਪਣੀ ਸੰਮਾਂ ਵਾਲੀ ਡਾਂਗ ਚੁੱਕਣੀ ਪਈ ਹੈ ਤੇ ਉਸ ਸੱਪ ਦੀ ਸਿਰੀ ਟਹਿਣੀ ਪਈ ਹੈ।
ਤੇ ਮੁੜ ਕੇ ਫੇਰ ਕਦੇ ਵੀ ਇਹ ਸੱਪ ਜੇ ਸਾਡੇ ਘਰ ਵੱਲ ਨੂੰ ਵਧੇਗਾ, ਯਾਦ ਰੱਖਿਓ ਇਹ ਸਮਾਂ ਵਾਲੀ ਡਾਂਗ ਅਸੀਂ ਕਦੀ ਵੀ ਚੁੱਕ ਸਕਦੇ ਹਾਂ, ਕਦੀ ਵੀ, ਯਾਦ ਰੱਖਿਓ, ਭੁੱਲਿਓ ਨਾ। ਤੁਹਾਡਾ ਬਹੁਤ ਧੰਨਵਾਦ ਜੀ। ਨਾਟਕ ਵਿੱਚੋਂ ਮੈਂ ਕੁਝ ਪੋਰਸ਼ਨ ਹੀ ਇਸ ਤਰ੍ਹਾਂ ਬੈਠ ਕੇ ਦਿਖਾ ਸਕਦਾ ਸੀ, ਪਰ ਮੈਂ ਕੋਸ਼ਿਸ਼ ਕੀਤੀ ਹੈ। ਇਹ ਮੇਰੀ ਚੁੱਪ ਹੈ ਪ੍ਰੈਸ ਸਾਹਿਬ, ਤੁਹਾਨੂੰ ਨਮਸਕਾਰ ਆ। ਤੇ ਸਾਡਾ ਵੀ ਦਿਲ ਭਰ ਜਾਂਦਾ ਜਦੋਂ ਅਸੀਂ ਪੰਜਾਬ ਦੀਆਂ ਗੱਲਾਂ ਕਰਦੇ ਹਾਂ ਕਿ ਅਸੀਂ ਆਪਣੀ ਮਾਂ ਧਰਤੀ ਨੂੰ, ਜਿਸ ਨੂੰ ਅਸੀਂ ਬਾਤਾਂ ਮਹੱਤ ਕਹਿੰਦੇ ਆ, ਉਸ ਦੇ ਉੱਤੇ ਇੰਨੇ ਜ਼ੁਲਮ ਕੀਤੇ ਕਿ ਉਹ ਮਾਂ ਵੀ ਸਾਨੂੰ ਮਾਫ ਨਹੀਂ ਕਰਦੀ। ਬਾਕੀ ਇਹਦੇ ਵਿੱਚ ਸੁਨੇਹਾ ਜਿਹੜਾ ਤੁਹਾਡਾ ਸਾਡੇ ਕਿਸਾਨਾਂ ਨੂੰ ਵੀ ਹੈ ਤੇ ਸਾਡੇ ਆਗੂਆਂ ਨੂੰ ਵੀ ਹੈ, ਜਿਨ੍ਹਾਂ ਨੇ ਸਭ ਕੁਝ ਨਕਲੀ ਹੀ ਪੈਦਾ ਕੀਤਾ ਹੈ। ਉਹ ਇਸ ਨਕਲ ਦੇ ਵਿੱਚੋਂ ਅਸੀਂ ਜੋ ਅਸਲ ਪੈਦਾ ਕਰ ਰਹੇ ਹਾਂ, ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੇ ਨੌਜਵਾਨ ਕਲਾਕਾਰ, ਮੈਂ ਵਧਾਈ ਦੇ ਸ਼ਬਦ ਤੁਹਾਨੂੰ ਨਹੀਂ ਕਹਿ ਸਕਦਾ ਪ੍ਰੈਸ ਸਾਹਿਬ ਕਿ ਤੁਸੀਂ ਮੇਰੀ ਵਧਾਈ ਉੱਥੇ ਤੱਕ ਨਹੀਂ ਪਹੁੰਚਣੀ ਜੋ ਤੁਸੀਂ ਯਤਨ ਕਰ ਰਹੇ ਹੋ ਇਹਨਾਂ ਸ਼ਬਦਾਂ ਦੇ ਨਾਲ। ਤੁਹਾਡੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਤੁਹਾਨੂੰ ਸਾਡੇ ਲੋਕਾਂ ਤੱਕ ਪਹੁੰਚਾਇਆ ਜਾਂ ਸਾਡੇ ਲੋਕਾਂ ਦੇ ਰੂਬਰੂ ਕੀਤਾ, ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹਰ ਸਾਲ ਆਉਂਦੇ ਰਹੋ ਤੇ ਆਪਣਾ ਸੁਨੇਹਾ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਰਹੋ, ਤੇ ਸਿੱਖ ਚੈਨਲ ਵੀ ਤੁਹਾਡਾ ਪੂਰਾ ਸਾਥ ਦੇਣ ਨੂੰ ਤਿਆਰ ਹੈ। ਤੋਂ ਇਹਨਾਂ ਸ਼ਬਦਾਂ ਦੇ ਨਾਲ ਡਾਕਟਰ ਸਾਹਿਬ ਸਿੰਘ ਜੀ, ਮੈਂ ਜਿੰਨੇ ਵੀ ਮੇਰੇ ਕੋਲ ਛੋਟੇ ਮੋਟੇ ਸ਼ਬਦ ਹੈ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਬਹੁਤ ਮਿਹਰਬਾਨੀ। ਇੱਥੇ ਤੁਹਾਨੂੰ ਬਹੁਤ ਵਧਾਈ ਤੇ ਨਾਲ ਦੀ ਨਾਲ ਮੈਂ ਕਹਿੰਦਾ ਸਾਰੀਆਂ ਸੰਗਤਾਂ ਦੀ, ਸਾਡੇ ਬਜ਼ੁਰਗਾਂ ਦੀ ਬਹੁਤ ਅਸੀਸ ਤੁਹਾਡੇ ਸਿਰ ਦੇ ਉੱਤੇ, ਤੁਹਾਨੂੰ ਹੋਰ ਬਲ, ਸ਼ਕਤੀ, ਉਦਮ ਤੁਹਾਨੂੰ ਮਿਲੇ ਤੇ ਤੁਹਾਡੇ ਯਤਨ ਸਾਰੀ ਦੁਨੀਆ ਦੇ ਉੱਤੇ ਕਾਮਯਾਬ ਹੋਣ। ਇਹਨਾਂ ਸ਼ਬਦਾਂ ਦੇ ਨਾਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਵੀ ਤੇ ਪੂਰੇ ਸਿੱਖ ਚੈਨਲ ਦਾ ਬਹੁਤ ਧੰਨਵਾਦ, ਸਾਰਿਆਂ ਦਾ ਧੰਨਵਾਦ ਜੀ। ਓਕੇ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਵਾਰ ਫੇਰ ਸਾਰੇ ਦਰਸ਼ਕੋ। ਇਹ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਸਾਨੂੰ ਜ਼ਰੂਰ ਆਪਣੇ ਵਿਚਾਰ ਜ਼ਰੂਰ ਭੇਜਣੇ ਤੇ ਇਹਨਾਂ ਸ਼ਬਦਾਂ ਦੇ ਨਾਲ ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਫਤਿਹ ਬੁਲਾਉਂਦੇ ਹਾਂ ਜੀ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।